ਦੇ ਨਾਲ ਵੈਰ ਕਰਦਾ। ਇਹ ਮੁਸਲਮਾਨ ਪੀਰ ਹੈ, ਪਤਾ ਨਹੀਂ ਕਿਸ ਭਾਵਨਾ ਦੇ ਨਾਲ ਆਇਆ। ਅਸੀਂ ਆਪਣੇ ਬਾਲਕ ਦੇ ਬੱਚੇ ਦੇ ਦਰਸ਼ਨ ਨਹੀਂ ਕਰਵਾ ਸਕਦੇ। ਪੀਰ ਨੂੰ ਬਹਾਨਾ ਇਹ ਲਾ ਦਿੱਤਾ ਵੀ ਬੱਚਾ ਛੋਟਾ ਹੈ, ਠੰਡ ਦੇ ਦਿਨ ਨੇ, ਅਸੀਂ ਇਸ ਨੂੰ ਬਾਹਰ ਨਹੀਂ ਲਿਜਾ ਸਕਦੇ, ਲਿਆ ਸਕਦੇ। ਹੁਣ ਪੀਰ ਮਹਾਰਾਜ ਦੇ ਦਰਵਾਜ਼ੇ ਤੇ ਬੈਠਾ ਭੀਖਣ ਸ਼ਾਹ, ਬੇਨਤੀ ਕਰਦਾ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ, ਮਹਾਰਾਜ ਇਹ ਦੁਨੀਆ ਦੇ ਲੋਕ ਤੇ ਅਣਜਾਣ ਨੇ, ਪਰ ਤੁਸੀਂ ਤੇ ਜਾਣਦੇ ਹੋ ਵੀ ਮੈਂ ਤੁਹਾਡਾ ਬਹੁਤ ਵੱਡਾ ਭਗਤ ਹਾਂ, ਸੇਵਕ ਹਾਂ। ਤੁਸੀਂ ਇਹਨਾਂ ਦੇ ਮਨ ਪ੍ਰੇਰੋ, ਆਪਣੇ ਪਰਿਵਾਰ ਦਾ ਮਨ ਪ੍ਰੇਰੋ, ਤਾਂ ਕਿ ਇਹ ਮੈਨੂੰ ਤੁਹਾਡੇ ਦਰਸ਼ਨ ਕਰਵਾ ਦੇਣ। ਪੀਰ ਬੇਨਤੀਆਂ ਕਰ ਰਿਹਾ। ਅੱਗੇ ਕੀ ਮਹਾਰਾਜ ਕਲਾ ਵਰਤਾਉਣਗੇ, ਆਓ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਆਦਿਕ ਗੁਣ ਵਰਣਨ ਕਰਤੇ। ਸੋ ਪੀਰ ਜਿਹੜਾ ਹੈ ਨਾ ਭੀਖਣ ਸ਼ਾਹ, ਦਰਵਾਜ਼ੇ ਤੇ ਬੈਠਾ ਹੈ, ਦਹਲੀਜ਼ ਦੇ ਦਰਵਾਜ਼ੇ ਤੇ ਬੈਠ ਕੇ ਮਹਾਰਾਜ ਦੇ ਗੁਣਾਂ ਨੂੰ ਯਾਦ ਕਰਦਾ ਹੈ। ਈ ਭੁਨਸਾਰ ਪ੍ਰਕਾਸ਼ ਨਿਹਰਤੇ। ਇੰਨੇ ਚਿਰ ਨੂੰ ਕਹਿਣ ਲੱਗੇ ਭੁਨਸਾਰ ਹੋਈ ਹੈ, ਦਿਨ ਚੜ੍ਹਿਆ ਹੈ, ਦਿਨ ਚੜ੍ਹਨ ਦੇ ਨਾਲ ਸੂਰਜ ਦਾ ਪ੍ਰਕਾਸ਼ ਹੋਇਆ ਹੈ। ਸ੍ਰੀ ਗੁਰ ਘਰ ਕੇ ਸੇਵਕ ਸਾਰੇ। ਜਿਹੜੇ ਗੁਰੂ ਘਰ ਦੇ ਸੇਵਕ ਸਨ, ਸੇਵਾਦਾਰ, ਗੁਰੂ ਘਰ ਦੇ ਵਿੱਚ ਜਿਹੜੀ ਟਹਿਲ ਭਾਵਨਾ ਕਰਦੇ ਹਨ, ਸੁਣ ਸੁਣ ਆਏ ਸੰਪੀਪ ਨਿਹਾਰੇ। ਤੇ ਉਹ ਸਾਰੇ ਆ ਗਏ ਸੁਣ ਸੁਣ ਕੇ। ਸੰਗਤਾਂ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਇੱਕ ਪੀਰ ਆਇਆ ਪੰਜਾਬ ਤੋਂ, ਬੜਾ ਬੰਦਗੀ ਵਾਲਾ ਹੈ, ਕਰਨੀ ਵਾਲਾ, ਤੇ ਉਹ ਕਹਿੰਦਾ ਵੀ ਮੈਂ ਪ੍ਰਸ਼ਾਦਾ ਨਹੀਂ ਛਕਾਂਗਾ, ਮੈਂ ਪਾਣੀ ਨਹੀਂ ਪੀਵਾਂਗਾ ਜਿੰਨਾ ਚਿਰ ਦਰਸ਼ਨ ਨਹੀਂ ਕਰਵਾਓਗੇ। ਇਹ ਗੱਲ ਜਦੋਂ ਪਟਨੇ ਦੇ ਵਿੱਚ ਸੰਗਤਾਂ ਨੂੰ ਪਤਾ ਲੱਗੀ ਹੈ, ਤੇ ਸੰਗਤਾਂ ਚੱਲ ਚੱਲ ਕੇ ਦੂਰੋਂ ਤੋਂ ਨੇੜਿਓਂ ਆ ਕੇ ਪੀਰ ਨੂੰ ਵੇਖਣ ਲੱਗੀਆਂ ਹਨ। ਤਸਵੀ ਹਾਥ ਫੇਰ ਉਹ ਕਰਹੀ। ਤੇ ਜਦੋਂ ਆਏ ਨਾ ਪੀਰ ਦੇ ਕੋਲ, ਸੰਗਤਾਂ ਸਿੱਖ ਆਏ ਵੇਖਣ ਵਾਸਤੇ, ਤੇ ਕਹਿਣ ਲੱਗੇ ਪੀਰ ਦੇ ਹੱਥਾਂ ਵਿੱਚ ਇੱਕ ਮਾਲਾ ਫੜੀ ਹੋਈ ਹੈ, ਤੇ ਮਾਲਾ ਨੂੰ ਫੇਰਦਾ ਪਿਆ, ਤੇ ਨਾਲ ਨਾਲ ਗੁਰੂ ਗੁਰੂ ਦਾ ਜਾਪ ਕਰਦਾ ਹੈ। ਸ਼੍ਰੀ ਨਾਨਕ ਕੋ ਸਿਮਰਤ ਉਰਹੀ। ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਨੂੰ ਮਨ ਵਿੱਚ ਯਾਦ ਕਰਦਾ, ਮਹਾਰਾਜ ਇਸ ਵੇਲੇ ਤੁਸੀਂ ਕਿਰਪਾ ਕਰ ਸਕਦੇ ਹੋ, ਇਹਨਾਂ ਦੇ ਮਨ ਪ੍ਰੇਰ ਸਕਦੇ ਹੋ, ਤੇ ਮਨ ਪ੍ਰੇਰ ਕੇ ਤੇ ਮੈਨੂੰ ਆਪਣੇ ਕੋਲ ਤੁਸੀਂ ਬੁਲਾ ਸਕਦੇ ਹੋ, ਤੁਸੀਂ ਕਿਰਪਾ ਕਰੋ। ਤੇ ਗੁਰੂ ਨਾਨਕ ਸਾਹਿਬ ਜੀਆਂ ਨੂੰ ਇਹ ਪੀਰ ਦਰਵਾਜ਼ੇ ਤੇ ਬੈਠਾ ਯਾਦ ਕਰਦਾ ਹੈ। ਦਰਸ਼ਨ ਦਰਸੇ ਬਿਨਾ ਨਾ ਜਾਉ। ਨਾਲ ਬੇਨਤੀ ਕਰਦਾ, ਮਹਾਰਾਜ ਮੇਰੀ ਭਾਵਨਾ ਪੂਰੀ ਕਰੋ, ਮੈਂ ਦਰਸ਼ਨ ਕੀਤੇ ਬਿਨਾ ਜਾਣਾ ਨਹੀਂ। ਇਹ ਆਖਦੇ ਵੀ 3 ਮਹੀਨਿਆਂ ਬਾਅਦ ਫਿਰ ਆ ਜਾਈ, 4 ਮਹੀਨਿਆਂ ਬਾਅਦ ਫਿਰ ਆ ਜਾਈ। 4 ਮਹੀਨੇ ਤੇ ਬੜੀ ਦੂਰ ਦੀ ਗੱਲ ਹੈ। ਮੈਂ ਹੁਣ ਆਇਆ, ਮੁੜ ਕੇ ਨਹੀਂ ਜਾਵਾਂਗਾ, ਮੈਂ ਦਰਸ਼ਨ ਕਰਕੇ ਹੀ ਜਾਵਾਂਗਾ। ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਮੈਂ ਪਾਣੀ ਨਹੀਂ ਪੀਵਾਂਗਾ। ਇਸ ਤਰ੍ਹਾਂ ਭੀਖਣ ਸ਼ਾਹ ਜਿਹੜਾ ਪੀਰ ਹੈ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਾਲ ਰੂਪ ਦੇ ਵਿੱਚ ਬੇਨਤੀਆਂ ਕਰਦਾ ਹੈ। ਬੈਠਿਓ ਇਤ ਹੀ ਦਿਵਸ ਬਿਤਾਉ। ਮੈਂ ਸਾਰਾ ਦਿਨ ਇੱਥੇ ਬੈਠਾ ਰਵਾਂਗਾ, ਸਾਰੀ ਰਾਤ ਇੱਥੇ ਬੈਠਾ ਰਵਾਂਗਾ, ਭਾਵੇਂ ਕਿੰਨੇ ਦਿਨ ਲੱਗ ਜਾਣ, ਮੈਨੂੰ ਦਿਨਾਂ ਦੀ ਗਿਣਤੀ ਦਾ ਕੋਈ ਫਿਕਰ ਨਹੀਂ ਹੈ, ਪਰ ਮੈਂ ਦਰਸ਼ਨ ਕਰਾਂਗਾ। ਇਹ ਮੈਂ ਪ੍ਰਣ ਕਰ ਲਿਆ ਹੈ, ਤੇ ਮੈਂ ਆਪਣਾ ਪ੍ਰਣ ਜਿਹੜਾ ਨਾ, ਜਿੰਨਾ ਚਿਰ ਮੇਰੇ ਸਰੀਰ ਵਿੱਚ ਪ੍ਰਾਣ ਨੇ, ਜਾਨ ਹੈ, ਉਹਨਾਂ ਚਿਰ ਮੈਂ ਆਪਣਾ ਪ੍ਰਣ ਨਿਭਾਉਣ ਵਾਸਤੇ ਯਤਨ ਕਰਾਂਗਾ। ਸ਼੍ਰੀ ਨਾਨਕ ਕੋ ਸਦਨ ਮਹਾਨ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਘਰ ਬਹੁਤ ਵੱਡਾ ਘਰ ਹੈ। ਹਿੰਦੂ ਤੁਰਕਨ ਏਕ ਸਮਾਨ। ਇੱਥੇ ਪੱਖਵਾਦ ਨਹੀਂ ਹੈ। ਹਿੰਦੂ ਦੇ ਮੰਦਿਰ ਵਿੱਚ ਮੁਸਲਮਾਨ ਨਹੀਂ ਜਾ ਸਕਦਾ, ਤੇ ਮੁਸਲਮਾਨ ਦੀ ਮਸੀਤ ਵਿੱਚ ਹਿੰਦੂ ਨੂੰ ਜਾਣਾ ਮਨਾ ਹੈ। ਪਰ ਗੁਰੂ ਨਾਨਕ ਸਾਹਿਬ ਦਾ ਘਰ ਇੰਨਾ ਵੱਡਾ ਵੀ ਇੱਥੇ ਹਿੰਦੂ ਵੀ ਆ ਕੇ ਨਮਸਕਾਰ ਕਰਦਾ, ਮੁਸਲਮਾਨ ਵੀ ਕਰਦਾ। ਪੀਰ ਬੇਨਤੀਆਂ ਕਰਦਾ, ਮਹਾਰਾਜ ਮੈਂ ਮੁਸਲਮਾਨ ਹੋਇਆ ਤੇ ਤਾਂ ਕੀ ਹੋਇਆ, ਤੁਹਾਡੇ ਘਰ ਵੀ ਤੇ ਬਰਾਬਰ ਹੀ ਨੇ ਨਾ ਸਾਰੇ। ਇਸ ਕਰਕੇ ਮਹਾਰਾਜ ਮੈਨੂੰ ਦਰਸ਼ਨਾਂ ਦੀ ਦਾਤ ਦੇਵੋ। ਪੱਖ ਪਾਤ ਜਿਨ ਕੇ ਕੁਛ ਨਾ ਹੈ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਪੱਖਵਾਦ ਨਹੀਂ ਹੈ। ਧਰਮ ਨੂੰ ਲੈ ਕੇ, ਜਾਤੀ ਨੂੰ ਲੈ ਕੇ ਇੱਥੇ ਪੱਖਵਾਦ ਕੋਈ ਨਹੀਂ ਹੈ। ਧਰਮ ਜਾਤੀ ਨੂੰ ਲੈ ਕੇ ਪੱਖਵਾਦ ਹੋਵੇ, ਇਹ ਗੁਰੂ ਨਾਨਕ ਦੇ ਘਰ ਵਿੱਚ ਮਨਾਹੀ ਹੈ। ਇੱਥੇ ਕਿਸੇ ਵੀ ਜਾਤ ਦਾ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿੱਤ ਲਾਏ। ਕੋਈ ਗਾਵੇ, ਇੱਥੇ ਜਾਤ ਦੀ ਗੱਲ ਨਹੀਂ ਵੀ ਐਸ ਜਾਤ ਦਾ ਬੰਦਾ ਰੱਬ ਦਾ ਨਾਮ ਲਏਗਾ। ਕੋਈ ਗਾਵੇ ਕੋ ਸੁਣੈ, ਵੀ ਆਹ ਬੰਦਾ ਨਾਮ ਸੁਣ ਸਕਦਾ। ਜਿਹੜਾ ਵੇਦ ਹੈ ਨਾ, ਦੁਨੀਆ ਦਾ ਸਭ ਤੋਂ ਵੱਡਾ ਗ੍ਰੰਥ, ਵੇਦ ਨੂੰ ਕੇਵਲ ਤੇ ਕੇਵਲ ਬ੍ਰਾਹਮਣ ਪੜ੍ਹ ਸਕਦਾ। ਮਰਿਆਦਾ ਉਹਨਾਂ ਦੀ ਵੀ ਬ੍ਰਾਹਮਣ ਤੋਂ ਬਿਨਾਂ ਵੇਦ ਕੋਈ ਨਹੀਂ ਪੜ੍ਹੇਗਾ।
ਬ੍ਰਾਹਮਣ ਵੇਦ ਪੜ੍ਹ ਸਕਦਾ ਹੈ, ਬ੍ਰਾਹਮਣ ਵੇਦ ਸੁਣ ਸਕਦਾ, ਜਾਂ ਬ੍ਰਾਹਮਣ ਵੇਦ ਪੜ੍ਹ ਸਕਦਾ ਤੇ ਖੱਤਰੀ ਵੇਦ ਸੁਣ ਸਕਦਾ। ਇਹਨਾਂ ਦੋਨਾਂ ਤੋਂ ਬਿਨਾਂ ਦੁਨੀਆ ਦਾ ਕੋਈ ਬੰਦਾ ਨਾ ਵੇਦ ਪੜ੍ਹ ਸਕਦਾ ਨਾ ਸੁਣ ਸਕਦਾ। ਵੇਦ ਤੇ ਬ੍ਰਾਹਮਣ ਬਿਨਾਂ ਪੜ੍ਹ ਹੀ ਕੋਈ ਨਹੀਂ ਸਕਦਾ, ਖੱਤਰੀ ਵੀ ਨਹੀਂ ਪੜ੍ਹ ਸਕਦਾ ਵੇਦ, ਪਰ ਸੁਣ ਸਕਦਾ ਹੈ। ਪਰ ਇਹਨਾਂ ਦੋਨਾਂ ਤੋਂ ਬਿਨਾਂ ਦੂਜਾ ਨਾ ਕੋਈ ਪੜ੍ਹ ਸਕਦਾ ਨਾ ਕੋਈ ਸੁਣ ਸਕਦਾ। ਪਰ ਮਹਾਰਾਜ ਨੇ ਆਖਿਆ ਕੋਈ ਗਾਵੈ ਕੋ ਸੁਣੈ। ਗੁਰੂ ਨਾਨਕ ਦੇ ਘਰ ਦੇ ਵਿੱਚ ਇੱਥੇ ਨਾ ਜਾਤ ਦੀ ਗੱਲ ਹੈ, ਨਾ ਧਰਮ ਦੀ ਗੱਲ ਹੈ, ਨਾ ਅਮੀਰ ਤੇ ਗਰੀਬ ਦੀ ਗੱਲ ਹੈ, ਨਾ ਉੱਚੇ ਤੇ ਨੀਵੇਂ ਦੀ ਗੱਲ ਹੈ। ਜਿਹੜਾ ਮਰਜ਼ੀ ਆ ਕੇ ਗੁਰਬਾਣੀ ਪੜ੍ਹ ਸਕਦਾ, ਜਿਹੜਾ ਮਰਜ਼ੀ ਗੁਰਬਾਣੀ ਸੁਣ ਸਕਦਾ। ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਇਹ ਬਾਣੀ ਦਾ ਬਚਨ ਆਪਾਂ ਉਦਾਹਰਨ ਦੇ ਤੌਰ ਤੇ ਲੈ ਲਿਆ। ਪੀਰ ਕਹਿੰਦਾ ਪਿਆ, ਕਹਿੰਦਾ ਮਹਾਰਾਜ ਤੁਹਾਡੇ ਘਰ ਦੇ ਵਿੱਚ ਗੁਰੂ ਨਾਨਕ ਦੀ ਮਰਿਆਦਾ ਦੇ ਵਿੱਚ ਇੱਥੇ ਹਿੰਦੂ ਮੁਸਲਮਾਨ ਦੀ ਜਾਂ ਜਾਤ ਪਾਤ ਦੀ ਕੋਈ ਗੱਲ ਨਹੀਂ ਹੈ, ਤੇ ਫਿਰ ਮਹਾਰਾਜ ਮੈਨੂੰ ਕਿਉਂ ਨਹੀਂ ਦਰਸ਼ਨ ਹੁੰਦੇ ਹਨ? ਸ਼ਰਧਾ ਹਿਰਤ ਹੈ ਉਰਮਾਹੀ। ਮਹਾਰਾਜ ਗੁਰੂ ਨਾਨਕ ਦਾ ਘਰ ਤੇ ਮਨ ਦੀ ਸ਼ਰਧਾ ਵੇਖਦਾ ਵੀ ਕਿਹਦੇ ਵਿੱਚ ਕਿੰਨੀ ਕੁ ਸ਼ਰਧਾ, ਕਿਹਦੇ ਵਿੱਚ ਕਿੰਨੀ ਕੁ ਭਾਵਨਾ। ਤੁਸੀਂ ਤੇ ਅੰਦਰ ਦੀ ਭਾਵਨਾ ਵੇਖਦੇ ਹੋ ਨਾ। ਸਰੀਰ ਦੇ ਚਮੜੇ ਦਾ ਕੀ ਕਰਨਾ, ਕਿਸੇ ਦਾ ਰੰਗ ਕੋਈ ਹੋ ਸਕਦਾ, ਕਿਸੇ ਦੀ ਜਾਤ ਕੋਈ ਹੋ ਸਕਦੀ ਹੈ, ਪਰ ਭਾਵਨਾ ਤੇ ਹਿਰਦੇ ਦੀ ਹੁੰਦੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਭਾਵਨਾ ਵੇਖੀ ਜਾਂਦੀ ਹੈ। ਮਹਾਰਾਜ ਮੇਰੀ ਭਾਵਨਾ ਵੀ ਭਾਗ ਲਾਓ, ਮੈਂ ਇੰਨੀ ਦੂਰੋਂ ਚੱਲ ਕੇ ਆਇਆ ਬਾਲ ਗੋਬਿੰਦ ਰਾਏ ਦੇ ਦਰਸ਼ਨ ਕਰਨ ਵਾਸਤੇ, ਤੇ ਪਾਤਸ਼ਾਹ ਮੇਰੀ ਭਾਵਨਾ ਵੇਖ ਕੇ ਮੈਨੂੰ ਦਰਸ਼ਨ ਕਰਵਾਉਣਾ ਕਰੋ। ਗੁਰ ਕੇ ਘਰ ਕੀ ਇਹ ਮਿਰਜਾਦ, ਕਿਉਂਕਿ ਗੁਰੂ ਘਰ ਦੀ ਇਹ ਮਰਿਆਦਾ ਹੈ। ਦੂਰੇ ਨਹੀਂ ਜਗ ਬਿਦਤੀ ਯਾਦ। ਦੁਰੀ ਨਹੀਂ, ਇਹ ਗੱਲ ਛੁਪੀ ਹੋਈ ਨਹੀਂ ਹੈ। ਇਹ ਸਾਰਾ ਸੰਸਾਰ ਜਾਣਦਾ ਵੀ ਗੁਰੂ ਘਰ ਸਾਰਿਆਂ ਨੂੰ ਬਰਾਬਰ ਪ੍ਰੇਮ ਕਰਦਾ। ਇਹ ਸਾਰਾ ਸੰਸਾਰ ਜਾਣਦਾ ਹੈ ਕਿ ਗੁਰੂ ਘਰ ਕਿਸੇ ਦੇ ਨਾਲ ਪੱਖਵਾਦ ਨਹੀਂ ਕਰਦਾ। ਇਹ ਸਾਰੀ ਦੁਨੀਆ ਜਾਣਦੀ ਹੈ। ਸੁਣ ਕਿਰਪਾਲ ਜੁਤ ਸੇਵਕ ਸਾਰੇ। ਤੇ ਇਹ ਬੇਨਤੀਆਂ ਕਰਦਾ ਪਿਆ ਪੀਰ, ਨਾਲੇ ਮਾਲਾ ਫੇਰਦਾ ਪਿਆ। ਤੇ ਮਾਮਾ ਕਿਰਪਾਲ ਚੰਦ ਜੀ ਦੇ ਕੰਨਾਂ ਵਿੱਚ ਆਵਾਜ਼ ਪਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮਾਮਾ ਜੀ ਦਾ ਨਾਮ ਹੈ ਕਿਰਪਾਲ ਚੰਦ। ਉਹਨਾਂ ਨੇ ਸੁਣਿਆ ਵੀ ਪੀਰ ਤੇ ਐਸੀਆਂ ਬੇਨਤੀਆਂ ਕਰ ਰਿਹਾ। ਕੁਝ ਨਾਲ ਗੁਰੂ ਘਰ ਦੇ ਸਿਆਣੇ ਸਿੱਖ ਸਨ, ਉਹਨਾਂ ਨੇ ਵੀ ਸੁਣ ਲਿਆ ਵੀ ਪੀਰ ਤੇ ਐਸੀ ਭਾਵਨਾ ਨਾਲ ਕਹਿ ਰਿਹਾ ਹੈ। ਸ੍ਰੀ ਗੁਜਰੀ ਟਿਗ ਸਕਲ ਉਚਾਰੇ। ਮਾਮਾ ਕਿਰਪਾਲ ਚੰਦ ਜੀ ਫਿਰ ਅੰਦਰ ਗਏ। ਜਾ ਕੇ ਮਾਤਾ ਗੁਜਰੀ ਨੂੰ ਆਪਣੀ ਭੈਣ ਨੂੰ ਕਹਿਣ ਲੱਗੇ, ਭੈਣ ਉਹ ਪੀਰ ਕੋਈ ਛਲਿਆ ਨਹੀਂ, ਕੋਈ ਛਲ ਕਰਨ ਵਾਸਤੇ ਨਹੀਂ ਆਇਆ, ਕੋਈ ਧੋਖਾ ਕਰਨ ਵਾਸਤੇ ਨਹੀਂ ਆਇਆ। ਸੱਚਾ ਪੀਰ ਹੈ, ਗੁਰੂ ਦਾ ਸੱਚਾ ਆਸ਼ਿਕ ਹੈ, ਸੱਚਾ ਸ਼ਰਧਾਲੂ ਹੈ। ਉਹ ਤੇ ਗੁਰੂ ਨਾਨਕ ਸਾਹਿਬ ਦੇ ਅੱਗੇ ਬੇਨਤੀਆਂ ਕਰ ਰਿਹਾ ਹੈ। ਇਹ ਤੋਂ ਪੀਰ ਮਹਾਨ ਦਰਵੇਸ਼। ਇਹ ਤੇ ਪੀਰ ਬਹੁਤ ਵੱਡਾ ਦਰਵੇਸ਼ ਹੈ, ਰੱਬ ਦਾ ਫਕੀਰ ਹੈ। ਇਹਨੂੰ ਨਾ ਕਰਾਂਗੇ ਚੰਗਾ ਨਹੀਂ ਹੋਵੇਗਾ। ਪਹਿਲਾਂ ਤੇ ਆਪਾਂ ਸੋਚਿਆ ਸੀ ਨਾ ਵੀ ਪੀਰ ਕੀ ਪਤਾ ਕੀ ਕਰਨ ਆਇਆ, ਕਿਹੋ ਜਿਹਾ ਕੀ ਕਰੇਗਾ, ਪਰ ਮੈਂ ਉਹਦੀਆਂ ਬੇਨਤੀਆਂ ਤੋਂ, ਉਹਦੀ ਭਾਵਨਾ ਤੋਂ ਇਹ ਪਤਾ ਲਾ ਲਿਆ ਵੀ ਇਹ ਬਹੁਤ ਵੱਡਾ ਕੋਈ ਫਕੀਰ ਹੈ, ਕੋਈ ਚਮਤਕਾਰੀ ਹੈ। ਦਿਖੀਅਤ ਗੁਰ ਕੋ ਪ੍ਰੇਮ ਵਿਸ਼ੇਸ਼। ਇਹਦੇ ਅੰਦਰ ਬਹੁਤ ਜ਼ਿਆਦਾ ਗੁਰੂ ਦਾ ਪ੍ਰੇਮ ਹੈ, ਗੁਰੂ ਦੀ ਬਹੁਤ ਜ਼ਿਆਦੀ ਇਹਦੇ ਵਿੱਚ ਸ਼ਰਧਾ ਹੈ। ਦਰਸ਼ਨ ਬਿਨਾ ਚਾਹੇ ਨ ਕਾਹੀ। ਇਹਦੇ ਮਨ ਵਿੱਚ ਇੱਛਾ ਹੀ ਕੋਈ ਨਹੀਂ ਹੈ, ਚਾਹਨਾ ਕੋਈ ਨਹੀਂ ਹੈ। ਨਾ ਇਹਨੇ ਗੁਰੂ ਘਰ ਤੋਂ ਮਾਇਆ ਮੰਗੀ ਹੈ, ਨਾ ਕੋਈ ਬਸਤਰ ਮੰਗਿਆ, ਨਾ ਕੋਈ ਇਹਨੇ ਧਨ ਪਦਾਰਥ ਮੰਗਿਆ, ਨਾ ਮੰਗਣ ਦੀ ਇੱਛਾ ਰੱਖਦਾ। ਕੇਵਲ ਬੇਨਤੀ ਇੱਕੋ ਹੀ ਕਰਦਾ ਪਿਆ ਵੀ ਮੈਨੂੰ ਗੁਰੂ ਦੇ ਦਰਸ਼ਨ ਕਰਵਾਓ। ਦਰਸ਼ਨਾਂ ਤੋਂ ਬਿਨਾਂ ਪੀਰ ਦੀ ਕੋਈ ਦੂਜੀ ਭਾਵਨਾ ਜਾਂ ਇੱਛਾ ਨਹੀਂ ਹੈ। ਖਾਨ ਭਾਨ ਪੀ ਕੀਨਸ ਨਹੀਂ। ਤੇ ਇਸ ਨੇ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਿਆ। ਜਿੱਦਣ ਦਾ ਪਟਨਾ ਸਾਹਿਬ ਆ ਗਿਆ ਨਾ, ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਨੇ ਭੋਜਨ ਨਹੀਂ ਛਕਿਆ ਤੇ ਨਾ ਹੀ ਇਹਨੇ ਪਾਣੀ ਪੀਤਾ। ਕਾਰਨ ਇਹ ਹੈ ਵੀ ਪੀਰ ਨੇ ਪ੍ਰਣ ਕਰ ਲਿਆ ਸੀ ਵੀ ਜਿੰਨਾ ਚਿਰ ਗੋਬਿੰਦ ਰਾਏ ਦੇ ਮੈਨੂੰ ਦਰਸ਼ਨ ਨਹੀਂ ਨਾ ਕਰਵਾਓਗੇ, ਮੈਂ ਉਹਨਾਂ ਚਿਰ ਮੂੰਹ ਵਿੱਚ ਪਾਣੀ ਨਹੀਂ ਪਾਵਾਂਗਾ। ਇਸ ਕਰਕੇ ਉਹ ਭੋਜਨ ਪ੍ਰਸ਼ਾਦਾ ਛਕ ਕੇ ਬੈਠਾ ਹੈ। ਬੈਠਿਓ ਸਿਮਰਤ ਨਾਮ ਖੁਦਾਏ। ਤੇ ਕੇਵਲ ਖੁਦਾ ਨੂੰ ਯਾਦ ਕਰਦਾ ਪਿਆ, ਤਸਬੀਹ ਫੇਰਦਾ ਪਿਆ, ਮਾਲਾ ਫੇਰਦਾ ਪਿਆ, ਅੱਲਾ ਅੱਲਾ ਕਰਦਾ ਪਿਆ, ਗੁਰੂ ਗੁਰੂ ਕਰਦਾ ਪਿਆ। ਦਰਵਾਜ਼ੇ ਤੇ ਬੈਠਾ ਹੈ। ਏਕ ਮੁਸੱਲਾ ਤਰੇ ਡਸਾਏ। ਇੱਕ ਮਸੱਲਾ ਉਹ ਕਪੜਾ ਜਾਂ ਚਟਾਈ ਆਪਾਂ ਕਹਿ ਲਈਏ ਜਿਹਦੇ ਉੱਪਰ ਮੁਸਲਮਾਨ ਬੈਠ ਕੇ ਨਮਾਜ਼ ਪੜ੍ਹਦਾ, ਉਸ ਨੂੰ ਮਸੱਲਾ ਕਿਹਾ ਜਾਂਦਾ। ਕਹਿਣ ਲੱਗੇ ਪੀਰ ਦੇ ਕੋਲ ਹੋਰ ਕੁਝ ਹੈ ਵੀ ਨਹੀਂ, ਕੇਵਲ ਇੱਕ ਚਟਾਈ ਹੈ ਥੱਲੇ ਵਿਛਾਉਣ ਵਾਲੀ, ਉਹਦੇ ਉੱਪਰ ਬੈਠਾ ਖੁਦਾ ਨੂੰ ਯਾਦ ਕਰਦਾ ਹੈ। ਔਰ ਦਰਸ਼ਨ ਕੀ ਜਿਸ ਲਿਵ ਲਾਗੀ। ਜਿਸ ਦੇ ਮਨ ਦੇ ਵਿੱਚ ਦਰਸ਼ਨਾਂ ਦੀ ਬੜੀ ਇੱਛਾ ਲੱਗੀ ਹੈ, ਬੜੀ ਪਿਆਸਾ ਲੱਗੀ ਹੈ, ਬੜੀ ਭਾਵਨਾ ਰੱਖਦਾ ਹੈ। ਪਿਆਸ ਕੀ ਬਾਧਾ ਭਾਗੀ। ਤੇ ਭੁੱਖ ਤੇ ਪਿਆਸ ਦਾ ਤੇ ਫਿਕਰ ਹੀ ਕੋਈ ਨਹੀਂ ਨਾ। ਸਾਨੂੰ ਭੁੱਖ ਲੱਗ ਜਾਵੇ ਤੇ ਕਿਤੇ ਥੋੜਾ ਟਾਈਮ ਰੋਟੀ ਨਾ ਮਿਲੇ ਤੇ ਅਸੀਂ ਝਗੜਾ ਕਰਦੇ ਹਾਂ। ਅਸੀਂ ਭੁੱਖ ਨੂੰ ਜਰ ਨਹੀਂ ਸਕਦੇ, ਪਿਆਸ ਨੂੰ ਜਰ ਨਹੀਂ ਸਕਦੇ, ਪਰ ਪੀਰ ਨੂੰ ਫਰਕ ਕੋਈ ਨਹੀਂ ਪਿਆ।
ਵੀ ਮੈਂ 2 ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ, 2 ਦਿਨਾਂ ਤੋਂ ਪਾਣੀ ਨਹੀਂ ਪੀਤਾ, ਸਰੀਰ ਮੇਰਾ ਬੁੱਢਾ ਹੈ ਤੇ ਮੈਂ ਦੂਰੋਂ ਚੱਲ ਕੇ ਆਇਆ। ਨਹੀਂ, ਇਸ ਗੱਲ ਦੀ ਤੇ ਕੋਈ ਉਹਦੇ ਚਿਹਰੇ ਤੇ ਥਕਾਵਟ ਦਿਸਦੀ ਨਹੀਂ ਹੈ ਵੀ ਇਹ ਭੁੱਖਾ ਤੇ ਪਿਆਸਾ ਹੋਵੇਗਾ, ਕਿਉਂਕਿ ਪੀਰ ਨੇ ਭੁੱਖ ਤੇ ਪਿਆਸ ਨੂੰ ਜਿੱਤਿਆ ਹੋਇਆ ਹੈ। ਉਠੈ ਨਹੀਂ ਬਿਨ ਦਰਸ਼ਨ ਕੀਏ। ਇਸ ਕਰਕੇ ਮੈਂ ਇਹ ਹਿਸਾਬ ਲਾ ਲਿਆ ਹੈ ਵੀ ਇਹ ਪੀਰ ਦਰਸ਼ਨ ਕੀਤੇ ਬਿਨਾਂ ਇਹਨੇ ਉੱਠਣਾ ਨਹੀਂ। ਭਾਵੇਂ ਆਪਾਂ ਇਹਨੂੰ 2 ਦਿਨ ਹੋਰ ਭੁੱਖਾ ਪਿਆਸਾ ਰੱਖ ਲਈਏ, ਇਹ ਆਪਣੀ ਜਾਨ ਤੇ ਦੇ ਦੇਵੇਗਾ, ਸਰੀਰ ਤੇ ਛੱਡ ਦੇਵੇਗਾ, ਪਰ ਪ੍ਰਾਣ ਨਹੀਂ ਇਹਨੇ ਛੱਡਣਾ। ਇਸ ਕਰਕੇ ਦਰਸ਼ਨਾਂ ਬਿਨਾਂ ਇਸ ਨੇ ਉੱਠਣਾ ਨਹੀਂ ਹੈ। ਬੈਠ ਰਹੇ ਔਰ ਸਾਹਸ ਲਈਏ। ਤੇ ਉਹ ਮਨ ਦੇ ਵਿੱਚ ਬਹੁਤ ਜ਼ਿਆਦਾ ਹੱਠ ਲੈ ਕੇ, 4 ਤਰ੍ਹਾਂ ਦੇ ਲੋਕ ਹਠੀ ਮੰਨਿਆ। ਇੱਕ ਤੇ ਦੇਸ਼ ਦਾ ਰਾਜਾ ਹਠੀ ਹੁੰਦਾ, ਜਿਹੜਾ ਹੱਠ ਕਰ ਲਵੇ ਉਹ ਕੰਮ ਕਰਕੇ ਰਹਿੰਦਾ। ਤੇ ਦੂਜਾ ਵਿਦਵਾਨਾਂ ਨੇ ਬਾਲਕ ਨੂੰ ਹਠੀ ਮੰਨਿਆ ਵੀ ਬਾਲਕ ਬੱਚਾ ਜਿਹੜੀ ਚੀਜ਼ ਦੀ ਜਿੱਦ ਕਰ ਲਵੇ ਉਹ ਕਰਕੇ ਹਟਦਾ। ਤੇ ਤੀਸਰਾ ਹੱਠ ਵਿਦਵਾਨਾਂ ਨੇ ਇਸਤਰੀ ਦਾ ਲਿਖਿਆ ਵੀ ਇਸਤਰੀ ਜਿਸ ਚੀਜ਼ ਦਾ ਹੱਠ ਕਰੇ ਉਹ ਕੰਮ ਕਰਕੇ ਹਟਦੀ ਹੈ। ਤੇ ਚੌਥਾ ਹੱਠ ਵਿਦਵਾਨਾਂ ਨੇ ਸਾਧੂ ਦਾ ਲਿਖਿਆ ਵੀ ਸਾਧੂ ਵੀ ਜਿਹੜਾ ਹੱਠ ਕਰ ਲਵੇ ਨਾ ਵੀ ਆਹ ਕੰਮ ਕਰਕੇ ਹਟਾਂਗਾ, ਉਹ ਕਰਕੇ ਹੀ ਪਿੱਛੇ ਹਟਦਾ ਹੈ। ਤੇ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਕਹਿੰਦੇ ਵੀ ਮੈਂ ਉਹਦੇ ਹੱਠ ਤੋਂ ਹਿਸਾਬ ਲਾ ਲਿਆ ਵੀ ਉਹ ਦਰਸ਼ਨਾਂ ਬਿਨਾਂ ਉਸਨੇ ਨਹੀਂ ਹਿੱਲਣਾ ਹੈ। ਉਚਿਤ ਬਾਤ ਸੋ ਕਰੋ ਭਲੇਰੀ। ਇਸ ਕਰਕੇ ਭੈਣ ਮੇਰੀ ਸਲਾਹ ਇਹ ਆ ਵੀ ਆਪਾਂ ਨੂੰ ਉਚਿਤ ਕੰਮ ਹੁਣ ਕਰਨਾ ਚਾਹੀਦਾ ਹੈ। ਸਾਧੂ ਦੀ ਇੰਨੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ, ਇੰਨਾ ਵਿਚਾਰੇ ਨੂੰ ਭੁੱਖਾ ਪਿਆਸਾ ਨਹੀਂ ਰੱਖਣਾ ਚਾਹੀਦਾ। ਉਹ ਤੇ ਗੁਰੂ ਦਾ ਪ੍ਰੇਮੀ ਨੇਮੀ ਆ, ਇੰਨੀ ਦੂਰੋਂ ਚੱਲ ਕੇ ਆ ਗਿਆ, ਕੌਣ ਕਿਸੇ ਵਾਸਤੇ ਆਉਂਦਾ। ਇੰਨਾ ਲੰਮਾ ਸਫ਼ਰ ਕਰਕੇ ਆ ਕੇ ਪਾਣੀ ਨਹੀਂ ਉਹਨੇ ਮੂੰਹ ਵਿੱਚ ਪਾਇਆ। ਤੇ ਐਸੇ ਦਰਵੇਸ਼ ਸਾਧੂ ਨੂੰ ਦਰਸ਼ਨਾਂ ਤੋਂ ਬਿਨਾਂ ਵਾਂਝਾ ਨਹੀਂ ਰੱਖਣਾ ਚਾਹੀਦਾ। ਆਪਾਂ ਨੂੰ ਚੰਗੀ ਯੋਗ ਗੱਲ ਕਰਨੀ ਚਾਹੀਦੀ ਹੈ, ਸਾਧੂ ਦਾ ਮਾਣ ਰੱਖਣਾ ਚਾਹੀਦਾ ਹੈ। ਪਛਾ ਚਾਪ ਨਾ ਹੋਏ ਜਿਸ ਫੇਰੀ। ਇਹ ਨਾ ਹੋਵੇ ਬਾਅਦ ਵਿੱਚ ਸਾਨੂੰ ਪਛਤਾਉਣਾ ਪਵੇ, ਕਿਉਂਕਿ ਸਾਧੂ ਦੇ ਮੁਖ ਦਾ ਬਚਨ ਹੈ, ਕੁਝ ਵੀ ਹੋ ਸਕਦਾ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਰੱਬ ਦੇ ਜਿਹੜੇ ਪੀਰ ਫਕੀਰ ਬੰਦਗੀ ਵਾਲੇ ਨੇ, ਉਹਨਾਂ ਦੀ ਜ਼ੁਬਾਨ ਤੇ ਪਰਮੇਸ਼ਰ ਵਸਦਾ, ਜਿਹੜਾ ਬਚਨ ਨਿਕਲੇਗਾ ਪੂਰਾ ਹੋਣਾ। ਤੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਮਾਤਾ ਗੰਗਾ ਜੀ ਜਦੋਂ ਪੁੱਤਰ ਦਾ ਵਰ ਲੈਣ ਵਾਸਤੇ ਗਏ ਨਾ ਰਥ ਤੇ ਚੜ੍ਹ ਕੇ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਪੁੱਛਿਆ ਸੇਵਾਦਾਰ ਨੂੰ, ਕਹਿਣ ਲੱਗੇ ਪੰਛੀ ਉੱਡ ਪਏ ਰੁੱਖਾਂ ਤੋਂ, ਪੰਛੀ ਡਰ ਗਏ ਨੇ, ਪਸ਼ੂ ਡਰ ਗਏ ਨੇ। ਸੇਵਾਦਾਰ ਨੂੰ ਕਹਿੰਦੇ ਕੀ ਹੋਇਆ, ਇੰਨਾ ਖੜਾ ਕਿਉਂ, ਰੌਲਾ ਕਿਉਂ, ਸ਼ੋਰ ਸ਼ਰਾਬਾ ਕਿਉਂ ਪੈਂਦਾ ਪਿਆ। ਤੇ ਸੇਵਾਦਾਰ ਨੇ ਉੱਚੀ ਥਾਂ ਤੇ ਚੜ੍ਹ ਕੇ ਵੇਖਿਆ, ਫਸਲਾਂ ਤੋਂ ਥੋੜ੍ਹਾ ਜਿਹਾ ਉੱਚਾ ਹੋ ਕੇ ਵੇਖਿਆ, ਕਹਿਣ ਲੱਗਾ ਬਾਬਾ ਜੀ ਗੁਰੂ ਕੇ ਮਹਿਲ ਮਾਤਾ ਗੰਗਾ ਸਾਹਿਬ ਜੀ ਆ ਰਹੇ ਰਥ ਲੈ ਕੇ, ਮਾਤਾ ਗੰਗਾ ਜੀ ਆਉਂਦੇ ਪਏ ਨਾਲ ਸੇਵਾਦਾਰ ਨੇ। ਤੇ ਸੁਭਾਵਕ ਮੂੰਹੋਂ ਬਚਨ ਨਿਕਲ ਗਿਆ, ਕਹਿਣ ਲੱਗੇ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ ਹੈ। ਹੁਣ ਸਾਧੂ ਦਾ ਬਚਨ ਮੂੰਹੋਂ ਨਿਕਲਿਆ। ਤੇ ਮਾਤਾ ਗੰਗਾ ਜੀ ਜਾ ਕੇ ਦੱਸਦੇ ਗੁਰੂ ਅਰਜਨ ਦੇਵ ਜੀਆਂ ਨੂੰ ਵੀ ਮੈਂ ਤੇ ਪੁੱਤਰ ਦਾ ਵਰ ਲੈਣ ਗਈ। ਉਹ ਕਹਿੰਦੇ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ ਹੈ। ਤੇ ਮਹਾਰਾਜ ਹੱਸ ਪੈ ਕਹਿਣ ਲੱਗੇ ਗੰਗਾ ਜੀ ਫਿਰ ਬਾਬਾ ਬੁੱਢਾ ਸਾਹਿਬ ਦਾ ਬਚਨ ਤੇ ਪੂਰਾ ਹੋਵੇਗਾ। ਜੇ ਉਹਨਾਂ ਨੇ ਕਿਹਾ ਭਾਜੜ ਪਈ ਹੈ ਤੇ ਭਾਜੜ ਫਿਰ ਪਵੇਗੀ ਜ਼ਰੂਰ। ਇੱਥੇ ਹੁਣ ਮਾਮਾ ਕਿਰਪਾਲ ਚੰਦ ਜੀ ਗੱਲ ਕਰਦੇ ਪਏ, ਕਹਿਣ ਲੱਗੇ ਸਾਧੂ ਹੈ, ਦਰਵੇਸ਼ ਹੈ, ਪੀਰ ਹੈ, ਕਿਸੇ ਵੀ ਧਰਮ ਦਾ ਹੈ, ਜੇ ਕੱਲ੍ਹ ਨੂੰ ਕੋਈ ਬਚਨ ਉਹ ਕਰ ਦੇਵੇ ਮੂੰਹੋਂ ਤੇ ਫਿਰ ਉਹਦਾ ਬਚਨ ਵੀ ਤੇ ਪੂਰਾ ਹੋਵੇਗਾ। ਫਿਰ ਹੋ ਸਕਦਾ ਆਪਾਂ ਨੂੰ ਪਛਤਾਉਣਾ ਪਵੇ ਵੀ ਜੇ ਅਸੀਂ ਦਰਸ਼ਨ ਕਰਵਾ ਦਿੰਦੇ ਤੇ ਸਾਨੂੰ ਆਹ ਦੁੱਖ ਨਾ ਵੇਖਣਾ ਪੈਂਦਾ, ਸੰਕਟ ਨਾ ਵੇਖਣਾ ਪੈਂਦਾ। ਇਸ ਕਰਕੇ ਸਾਨੂੰ ਦਰਸ਼ਨ ਕਰਵਾਉਣੇ ਚਾਹੀਦੇ ਹਨ। ਸੁਣਤ ਨਾਨਕੀ ਬੋਲੀ ਤਵੈ। ਮਾਤਾ ਗੁਜਰੀ ਜੀ ਸੁਣਦੇ ਪਏ, ਪਰ ਮਾਤਾ ਗੁਜਰੀ ਜੀਆਂ ਦੀ ਸੱਸ ਔਰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਮਾਤਾ ਜੀ ਮਾਤਾ ਨਾਨਕੀ ਜੀ ਵੀ ਸੁਣਦੇ ਪਏ। ਉਹਨਾਂ ਨੇ ਸੁਣ ਕੇ ਫਿਰ ਅੱਗੋਂ ਆਖਿਆ ਹੈ ਇਹਦਾ ਵਿਚਾਰ ਕਰੋ ਤੁਮ ਸਭੈ। ਕਹਿਣ ਲੱਗੇ ਵੀ ਆਪਾਂ ਸਾਰਿਆਂ ਨੂੰ ਫਿਰ ਚੰਗੀ ਤਰ੍ਹਾਂ ਵਿਚਾਰ ਕਰਨੀ ਚਾਹੀਦੀ ਹੈ। ਚਿਰੰਕਾਲ ਕੋ ਚਾਹਤ ਰਹਤੇ। ਤੇ ਇਹ ਲੰਮੇ ਸਮੇਂ ਤੋਂ ਗੁਰੂ ਦੀ ਚਾਹਤ ਜਿਹੜੇ ਰੱਖਦੇ ਹਨ। ਬੜੇ ਗੁਰਨ ਸੋ ਬੇਨਤੀ ਕਹਤੇ। ਇਹ ਜਿਹੜੇ ਪੀਰ ਫਕੀਰ ਨੇ ਨਾ ਸ਼ੁਰੂ ਤੋਂ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ। ਅੱਜ ਪਹਿਲੀ ਵਾਰੀ ਨਹੀਂ ਵੀ ਮੁਸਲਮਾਨ ਪੀਰ ਆਇਆ, ਤੇ ਗੁਰੂ ਨਾਨਕ ਸਾਹਿਬ ਦੇ ਵੀ ਤੇ ਸ਼ਰਧਾਲੂ ਰਹੇ ਨੇ ਨਾ ਮੁਸਲਮਾਨ ਪੀਰ। ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਰਹੇ ਨੇ ਬੜੇ ਬੜੇ ਪੀਰ, ਸਾਈਂ ਮੀਆਂ ਮੀਰ ਵਰਗੇ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਉੱਠ ਕੇ ਵੇਖ ਕੇ ਉੱਠ ਪੈਂਦੇ, ਮੱਥਾ ਟੇਕਦੇ, ਨਮਸਕਾਰਾਂ ਕਰਦੇ। ਭਾਵੇਂ ਮੁਸਲਮਾਨ ਧਰਮ ਦਾ, ਭਾਵੇਂ ਕਿਸੇ ਧਰਮ ਦਾ ਪੀਰ ਫਕੀਰ ਸਾਧੂ ਸੰਤਾਂ ਦਾ ਗੁਰੂ ਘਰ ਦੇ ਨਾਲ ਨਾਤਾ ਰਿਹਾ, ਰਿਸ਼ਤਾ ਰਿਹਾ। ਇਸ ਕਰਕੇ ਸਾਨੂੰ ਵਿਚਾਰਨਾ ਚਾਹੀਦਾ ਹੈ। ਬਾਰ ਬਾਰ ਹੋਏ ਨਮਰ ਅਗਾਰੀ। ਕਿਉਂਕਿ ਉਹ ਜਿਹੜਾ ਪੀਰ ਹੈ ਨਾ ਵਾਰ-ਵਾਰ ਨਿਮਰਤਾ ਨਾਲ ਕਹਿ ਰਿਹਾ, ਮਿੰਨਤ ਨਾਲ ਕਹਿ ਰਿਹਾ, ਤਰਲੇ ਨਾਲ ਕਹਿ ਰਿਹਾ ਵੀ ਮੈਨੂੰ ਗੁਰੂ ਦੇ ਦਰਸ਼ਨ ਕਰਵਾਓ, ਤੇ ਫਿਰ ਆਪਾਂ ਨੂੰ ਬੇਨਤੀ ਮੰਨਣੀ ਚਾਹੀਦੀ ਹੈ। ਜਾਚਨ ਕਰਤ ਪੁੱਤਰ ਭੁਜ ਭਾਰੀ। ਕਿਉਂਕਿ ਉਹ ਜਿਹੜੇ ਨੇ ਅਸੀਂ ਮੰਗਦੇ ਸੀ ਵਾਰ-ਵਾਰ ਆਪਣੇ ਪੁੱਤਰ ਨੂੰ ਵੀ ਸਾਡੇ ਘਰ ਪੁੱਤਰ ਹੋਵੇ, ਪੁੱਤਰ ਹੋਵੇ, ਤੇ ਅਸੀਂ ਕਿੰਨਾ ਕਹਿ ਕੇ ਮੰਗਿਆ।
ਕਿੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਗੋਬਿੰਦ ਰਾਏ ਦੇ ਜਨਮ ਵਾਸਤੇ, ਤੇ ਪੁੱਤਰ ਸਾਨੂੰ ਪ੍ਰਾਪਤ ਹੈ। ਇਨਕੋ ਪਿਤਾ ਸ਼ਾਂਤ ਧਰਮਾਤਮ, ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੜੇ ਸ਼ਾਂਤੀ ਅਤੇ ਧਰਮਾਤਮਾ ਹਨ। ਕਹਿ ਕਰਤਾ ਪੁਰਖ ਮਹਾਤਮ, ਤੇ ਕਹਿਣ ਲੱਗੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਵੇਲੇ ਕਾਲ ਪੁਰਖ ਦੀ ਬੜੀ ਵਡਿਆਈ ਕਰਦੇ ਸਨ। ਇੱਕ ਮਨ ਹੋਏ ਸਮਾਧ ਲਗਾਵਤ, ਤੇ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਸਮਾਧੀ ਲਾਉਂਦੇ ਹਨ। ਪਾਰ ਬ੍ਰਹਮ ਪਰਮੇਸ਼ਰ ਤੇ ਧਿਆਵਤ, ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਉਂਦੇ ਹਨ। ਜੋਗ ਸਾਧਨਾ ਸਾਧਤ ਰਹੇ, ਇਸ ਕਰਕੇ ਕਈ ਸਾਧਨਾ ਸਾਧਦੇ ਹਨ। ਸਿਮਰਤ ਨਾਮ ਅਦਿਕ ਗੁਣ ਕਹੇ, ਜਿਨ੍ਹਾਂ ਦੇ ਨਾਮ ਸੁਣ ਕੇ ਜਿਨ੍ਹਾਂ ਦੇ ਗੁਣ ਬੇਅੰਤ ਕਹਿ ਜਾਂਦੇ ਹਨ। ਕਰਿਓ ਪ੍ਰਸਾਦਨ ਪ੍ਰਭੂ ਅਕਾਲ। ਤੇ ਉਸ ਵੇਲੇ ਅਕਾਲ ਪੁਰਖ ਜੀ ਖੁਸ਼ ਹੋਏ। ਮਾਤਾ ਗੁਜਰੀ ਜੀਆਂ, ਮਾਤਾ ਨਾਨਕੀ ਜੀਆਂ ਨੇ ਬੇਨਤੀ ਕੀਤੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ, ਮਹਾਰਾਜ ਘਰ ਦੇ ਵਿੱਚ ਪੁੱਤਰ ਦੀ ਦਾਤ ਦਿਓ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ ਅਖੰਡ ਪਾਠ ਕਰਵਾਓ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ, ਤੇ ਪਾਠ ਸੁਣੋ ਤੇ ਹੱਥੀਂ ਸੇਵਾ ਕਰੋ ਸੰਗਤ ਦੀ, ਫਿਰ ਅਰਦਾਸ ਕਰੋ ਤਾਂ ਦਾਤ ਮਿਲਣੀ ਹੈ। ਗੁਰਦੁਆਰਾ ਹੈ ਵੱਡੀ ਸੰਗਤ ਇਲਾਹਾਬਾਦ ਦੇ ਕੋਲ, ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇੱਕੇ ਚੌਂਕੜੇ ਵਿੱਚ ਬੈਠ ਕੇ ਸਾਰਾ ਪਾਠ, ਸਾਰੀ ਗੁਰਬਾਣੀ ਆਪ ਸਰਵਣ ਕੀਤੀ। ਤੇ ਮਾਤਾ ਗੁਜਰੀ ਜੀ ਆਪ ਹੱਥਾਂ ਦੇ ਨਾਲ ਚੱਕੀ ਚਲਾ ਕੇ ਆਟਾ ਪੀਹ ਕੇ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਔਰ ਬਾਣੀ ਪੜ੍ਹਨ ਵਾਲੇ ਸਿੱਖਾਂ ਨੂੰ ਛਕਾਉਂਦੇ। ਤੇ ਅਕਾਲ ਪੁਰਖ ਦੇ ਅੱਗੇ ਫਿਰ ਅਰਦਾਸ ਹੋਈ ਭੋਗ ਦੇ ਸਮੇਂ, ਮਹਾਰਾਜ ਕਿਰਪਾ ਕਰੋ, ਪੁੱਤਰ ਦੀ ਦਾਤ ਦੀ ਜਾਚਨਾ ਹੈ, ਆਪ ਜੀ ਪੂਰੀ ਕਰ ਦਿਓ। ਤੇ ਕਹਿਣ ਲੱਗੇ ਉਸ ਵੇਲੇ ਫਿਰ ਅਕਾਲ ਪੁਰਖ ਜੀ ਖੁਸ਼ ਹੋ ਗਏ। 10ਵੇਂ ਪਾਤਸ਼ਾਹ ਨੇ ਆਪ ਲਿਖਿਆ ਆਪਣੀ ਬਾਣੀ ਵਿੱਚ, ਕਹਿਣ ਲੱਗੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ। ਤੇ ਮਹਾਰਾਜ ਜੀਆਂ ਨੇ ਬਚਨ ਲਿਖਿਆ ਵੀ ਸਾਡੀ ਮਾਂ ਨੇ, ਸਾਡੇ ਬਾਪ ਨੇ ਪਰਮੇਸ਼ਰ ਨੂੰ ਅਰਾਧਿਆ, ਯਾਦ ਕੀਤਾ, ਪਰਮੇਸ਼ਰ ਜੀ ਕਿਰਪਾ ਕਰੋ। ਤਿੰਨ ਪ੍ਰਭ ਆਇਸ ਮੋਹਿ ਦੀਆ, ਤਬ ਹਮ ਜਨਮ ਕਲੂ ਮੈਂ ਲਿਆ। ਇਹ ਉਹਨਾਂ ਦੇ ਆਪਣੇ ਬਚਨ ਨੇ। ਪਰਮੇਸ਼ਰ ਨੇ ਫਿਰ ਖੁਸ਼ ਹੋ ਕੇ ਸਾਨੂੰ ਆਗਿਆ ਦਿੱਤੀ ਵੀ ਜਾਓ, ਫਿਰ ਅਸੀਂ ਸੰਸਾਰ ਵਿੱਚ ਆਏ ਹਾਂ। ਮਾਤਾ ਨਾਨਕੀ ਜੀ ਇੱਥੇ ਬਚਨ ਕਰਦੇ ਪੈ, ਕਹਿਣ ਲੱਗੇ ਜਿਹੜਾ ਪੁੱਤਰ ਆਪਣੇ ਘਰੇ ਆਇਆ ਹੈ ਨਾ, ਇਹ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਪ੍ਰਸੰਨ ਕੀਤਾ, ਤੇ ਅਕਾਲ ਪੁਰਖ ਨੇ ਪ੍ਰਸੰਨ ਹੋ ਕੇ ਸਾਨੂੰ ਇਹ ਬਾਲਕ ਦੀ ਦਾਤ ਬਖਸ਼ੀ ਹੈ। ਜਹ ਅਰਾਧ ਵੋ ਦੁਸੈ ਵਿਸਾਲ, ਜਿਸ ਪ੍ਰਮਾਤਮਾ ਨੂੰ ਰੱਦਣਾ ਬੜਾ ਔਖਾ ਹੈ। ਜਗਤਨਾਥ ਕਰ ਕਿਰਪਾ ਸੁਚਿਤ ਤੇ ਕੋ, ਉਸ ਵੇਲੇ ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਉਸ ਵੇਲੇ ਚਿੱਤੋਂ ਕਿਰਪਾ ਕਰਕੇ ਕਰਿਓ ਦਿਖਾਵਨ ਆਵੇ ਇਹ ਸੁਤ ਤੇ ਕੋ। ਸਾਨੂੰ ਇਹ ਪੁੱਤਰ ਵਿਖਾਇਆ। ਇਹ ਪੁੱਤਰ ਕਿਵੇਂ ਆਇਆ? ਗੋਬਿੰਦ ਰਾਏ ਕਿਵੇਂ ਸਾਡੇ ਘਰ ਵਿੱਚ ਆਏ, ਕਿਵੇਂ ਸਾਨੂੰ ਇਹਨਾਂ ਦਾ ਚਿਹਰਾ ਦਿਸਿਆ, ਕਿਵੇਂ ਸਾਨੂੰ ਇਹਨਾਂ ਦਾ ਸਰੀਰ ਪ੍ਰਾਪਤ ਹੋਇਆ? ਕਿਉਂਕਿ ਸਾਡੇ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੰਦਗੀ ਕਰਕੇ ਅਕਾਲ ਪੁਰਖ ਨੂੰ ਖੁਸ਼ ਕੀਤਾ, ਤੇ ਉਹਨਾਂ ਦੀ ਖੁਸ਼ੀ ਕਰਕੇ ਸਾਨੂੰ ਇਹ ਦਾਤ ਜਿਹੜੀ ਪ੍ਰਾਪਤ ਹੋਈ ਹੈ। ਜਿਨ ਕੇ ਉਰ ਅਭਿਲਾਖ ਵਿਸ਼ੇਖਾ, ਜਿਨ੍ਹਾਂ ਦੇ ਮਨ ਵਿੱਚ ਬਹੁਤ ਜ਼ਿਆਦੀ ਇੱਛਾ ਹੈ, ਅਬ ਲਾ ਨਹੀਂ ਪੁੱਤਰ ਮੁਖ ਦੇਖਾ। ਤੇ ਅਜੇ ਤੱਕ ਉਹਨਾਂ ਨੇ ਪੁੱਤਰ ਨਹੀਂ ਵੇਖਿਆ। ਮਾਤਾ ਨਾਨਕੀ ਜੀ ਕਹਿੰਦੇ ਵੀ ਜਿਸ ਮੇਰੇ ਪੁੱਤਰ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੁੱਤਰ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਚੌਂਕੜੇ ਵਿੱਚ ਸ੍ਰੀ ਅਖੰਡ ਪਾਠ ਸਰਵਣ ਕੀਤਾ ਹੈ, ਸੰਗਤਾਂ ਸਿੱਖਾਂ ਦੀ ਸੇਵਾ ਕੀਤੀ ਹੈ, ਭਾਵਨਾ ਨਾਲ ਅਰਦਾਸ ਕੀਤੀ ਹੈ, ਉਸ ਮੇਰੇ ਪੁੱਤਰ ਦੇ ਘਰ ਅੱਜ ਪੁੱਤਰ ਪੈਦਾ ਹੋਇਆ। ਪਰ ਮੇਰੇ ਪੁੱਤਰ ਨੇ ਵੀ ਹਾਲੇ ਤੱਕ ਆਪਣੇ ਪੁੱਤਰ ਦਾ ਮੂੰਹ ਨਹੀਂ ਵੇਖਿਆ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੰਗਲਾਦੇਸ਼ ਉਸ ਵੇਲੇ ਗਏ ਹੋਏ ਸਨ ਜਦੋਂ ਗੋਬਿੰਦ ਰਾਏ ਜੀਆਂ ਦਾ ਅਵਤਾਰ ਹੋਇਆ। ਤੇ ਮਾਤਾ ਨਾਨਕੀ ਜੀ ਕਹਿਣ ਲੱਗੇ ਵੀ ਇੰਨੀ ਕਠਿਨ ਤਪੱਸਿਆ ਕਰਕੇ, ਇੰਨੀ ਸਾਧਨਾ ਸਾਧ ਕੇ ਪਰਮੇਸ਼ਰ ਨੂੰ ਖੁਸ਼ ਕਰਕੇ ਪੁੱਤਰ ਲਿਆ ਮੇਰੇ ਪੁੱਤਰ ਨੇ, ਪਰ ਅਜੇ ਤੱਕ ਤੇ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਜੀਆਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਵੀ ਵੇਖਿਆ ਨਹੀਂ ਹੈ। ਸੋ ਕੈਸੇ ਅਬ ਬਹਿਰ ਲਜਾਵੋ। ਤੇ ਇਹ ਹੁਣ ਇਹਨੂੰ ਬਾਹਰ ਫਿਰ ਕਿਵੇਂ ਕੱਢੀਏ? ਹੁਣ ਦਾਦੀ ਮਾਂ, ਪਹਿਲਾਂ ਤੇ ਮਾਂ ਨਹੀਂ ਸੀ ਮੰਨਦੀ, ਹੁਣ ਦਾਦੀ ਨਹੀਂ ਮੰਨਦੀ ਪਈ। ਦਾਦੀ ਕਹਿੰਦੀ ਵੀ ਮੇਰੇ ਪੁੱਤਰ ਨੂੰ ਤੇ ਅਜੇ ਇਹਦੇ ਬਾਪ ਨੇ ਨਹੀਂ ਵੇਖਿਆ, ਤੇ ਅਸੀਂ ਉਹ ਪੁੱਤਰ ਨੂੰ ਬਾਹਰ ਲਿਜਾ ਕੇ ਇੱਕ ਸਾਧੂ ਪੀਰ ਨੂੰ ਵਿਖਾਈਏ, ਕਿਵੇਂ ਲੈ ਜਾਈਏ? ਕੋਈ ਇਹਦਾ ਸਾਨੂੰ ਹੱਲ ਵਿੱਚ ਦੱਸੋ ਨਾ ਵੀ ਇਹ ਕੰਮ ਕਰੀਏ ਤੇ ਕਿਵੇਂ ਕਰੀਏ। ਜਿਸ ਪੁੱਤਰ ਦੀ ਪ੍ਰਾਪਤੀ ਵਾਸਤੇ ਬਾਪ ਨੇ ਇੰਨੀ ਮੁਸ਼ੱਕਤ ਕੀਤੀ ਹੈ, ਉਹਨੇ ਤੇ ਆਪ ਨਹੀਂ ਮੂੰਹ ਤੱਕਿਆ, ਤੇ ਅਸੀਂ ਇਹਨੂੰ ਬਾਹਰ ਕਿਵੇਂ ਲਿਜਾਣਾ ਕਰੀਏ? ਪਰ ਮਤ ਰਿਪ ਕੇ ਨਰਦ ਖਰਾਬ। ਕਿਉਂਕਿ ਇਹ ਜਿਹੜਾ ਬੰਦਾ ਆਇਆ, ਭਾਵੇਂ ਉਹ ਸਾਧੂ ਹੀ ਹੈ, ਪਰ ਹੈ ਤੇ ਦੂਜੇ ਧਰਮ ਦਾ ਨਾ ਉਹ ਸਿੱਖ ਹੈ, ਨਾ ਉਹ ਸਿੱਖਾਂ ਵਾਲਾ ਲਿਬਾਸ ਹੈ, ਪਰ ਮਤ ਦਾ, ਦੂਜੇ ਮਤ ਦਾ, ਮੁਸਲਮਾਨ ਧਰਮ ਦਾ ਬੰਦਾ। ਅਸੀਂ ਉਹਨੂੰ ਆਪਣਾ ਬੱਚਾ ਬਾਲਕ ਕਿਉਂ ਦਿਖਾਉਣਾ ਕਰੀਏ? ਪੁੱਤਰ ਪਰਮ ਪ੍ਰਿਯ ਥੋੜੇ ਦਿਨ ਕੋ, ਕਿਉਂਕਿ ਸਾਡਾ ਜਿਹੜਾ ਪੁੱਤਰ ਹੈ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਥੋੜੇ ਦਿਨਾਂ ਦੇ ਵਿੱਚ ਕਿਮ ਉਤਸਾਹ ਕਰੂੰ ਮੈਂ ਮਨ। ਸਾਡਾ ਇਹ ਜਿਹੜਾ ਪੋਤਰਾ ਹੈ ਗੋਬਿੰਦ ਰਾਏ ਥੋੜੇ ਦਿਨਾਂ ਦਾ ਹੀ ਹੈ,
ਹਾਲੇ ਤੇ ਕੁਝ ਦਿਨ ਹੋਏ ਨੇ ਜਨਮ ਲੈ ਨੂੰ। ਇੰਨੀ ਛੋਟੀ ਉਮਰ ਦੇ ਬਾਲਕ ਨੂੰ ਅਸੀਂ ਕਿਵੇਂ ਬਾਹਰ ਕੱਢ ਕੇ ਵਿਖਾਈਏ ਵੀ ਲੈ ਭਾਈ ਤੂੰ ਦਰਸ਼ਨ ਕਰ ਲੈ। ਦਾਤ ਬੜੇ ਚਿਰ ਪਿਛੋਂ ਮਿਲੀ ਹੈ ਨਾ, ਬੜੇ ਲੰਮੇ ਸਮੇਂ ਬਾਅਦ ਮਾਤਾ ਨਾਨਕੀ ਜੀਆਂ ਨੂੰ ਪੋਤਰੇ ਦੀ ਦਾਤ ਮਿਲੀ ਹੈ। ਕਈ ਸਾਲ ਲੰਘ ਗਏ, ਆਪ ਬਜ਼ੁਰਗ ਹੋ ਗਏ ਨੇ ਸਰੀਰ ਕਰਕੇ ਇਸ ਵੇਲੇ, ਹੁਣ ਜਾ ਕੇ ਪੋਤਰਾ ਝੋਲੀ ਵਿੱਚ ਆਇਆ। ਤੇ ਫਿਰ ਉਹਨਾਂ ਹੀ ਸਨੇਹ ਜ਼ਿਆਦਾ, ਉਹਨਾਂ ਹੀ ਪਿਆਰ ਜ਼ਿਆਦਾ, ਉਹਨਾਂ ਹੀ ਮੋਹ ਜ਼ਿਆਦਾ। ਕਹਿਣ ਲੱਗੇ ਨਹੀਂ, ਜਿਸ ਪੋਤਰੇ ਨੂੰ ਸੁੱਖਾਂ ਸੁੱਖ ਕੇ ਲਿਆ ਅਸੀਂ ਔਰ ਸਾਡੇ ਪੁੱਤਰ ਨੇ, ਉਹ ਪੋਤਰਾ ਅਸੀਂ ਇੰਨੀ ਛੋਟੀ ਉਮਰ ਦੇ ਵਿੱਚ ਕਿਸੇ ਦੂਜੇ ਧਰਮ ਦੇ ਬੰਦੇ ਨੂੰ ਕਿਉਂ ਜਾ ਕੇ ਵਿਖਾਉਣਾ ਕਰੀਏ। ਅਨੇਕ ਭਾਂਤ ਕੀ ਰੱਛਾ ਕਰਨੀ, ਕਿਉਂਕਿ ਅਨੇਕ ਤਰ੍ਹਾਂ ਦੀ ਜਿਹੜੀ ਰੱਖਿਆ ਕਰਨੀ ਹੈ। ਲਗ ਬਾਲਕ ਕੀ ਸਮਹਨ ਬਰਨੀ। ਤੇ ਮਾਤਾ ਜੀ ਬੜੇ ਸਿਆਣੇ ਨੇ। ਕਹਿਣ ਲੱਗੇ ਵੱਡੇ ਵਡੇਰੇ ਜਿਹੜੇ ਹੁੰਦੇ ਨੇ ਨਾ ਸਿਆਣੇ, ਦਾਈਆਂ ਮਾਈਆਂ ਬੀਬੀਆਂ ਦਾਦੀਆਂ ਪੜਦਾਦੀਆਂ, ਉਹਨਾਂ ਨੇ ਇਹ ਦੱਸਿਆ ਸਿੱਖਿਆ ਦਿੱਤੀ ਹੈ ਵੀ ਛੋਟੇ ਬਾਲਕ ਦੀ ਬੜੀ ਰੱਖਿਆ ਕਰਨੀ ਪੈਂਦੀ ਹੈ। ਉਹਨੂੰ ਕਿਹੜੇ ਸਮੇਂ ਕੀ ਦੇਣਾ ਹੈ, ਉਹਨੂੰ ਚੁੱਕਣਾ ਕਿਵੇਂ ਆ, ਲੰਮੇ ਕਿਵੇਂ ਪਾਉਣਾ, ਉਹਦਾ ਇਸ਼ਨਾਨ ਕਿਵੇਂ ਕਰਾਉਣਾ, ਉਹਨੂੰ ਕੱਪੜੇ ਕਿਵੇਂ ਪਾਉਣੇ, ਉਹਨੂੰ ਕੀ ਖਾਣ ਵਾਸਤੇ ਦੇਣਾ ਤੇ ਕੀ ਖਾਣ ਵਾਸਤੇ ਨਹੀਂ ਦੇਣਾ। ਉਹਨੇ ਕਿਹੜਾ ਬੋਲ ਕੇ ਦੱਸਣਾ ਵੀ ਮੈਨੂੰ ਗਰਮੀ ਲੱਗਦੀ ਪਈ ਹੈ, ਨਾ ਉਹਨੇ ਬੋਲ ਕੇ ਦੱਸਣਾ ਮੈਨੂੰ ਠੰਡ ਲੱਗਦੀ ਪਈ ਹੈ, ਨਾ ਉਹਨੇ ਬੋਲ ਕੇ ਦੱਸਣਾ ਭੁੱਖ ਲੱਗੀ ਹੈ, ਨਾ ਦੱਸਣਾ ਪਿਆਸ ਲੱਗੀ ਹੈ। ਪਰ ਇਹ ਸਿਆਣੇ ਜਿਹੜੇ ਬਜ਼ੁਰਗ ਨੇ ਨਾ, ਉਹਨਾਂ ਦਾ ਫਿਰ ਬਣ ਜਾਂਦਾ ਤਜਰਬਾ ਵੀ ਕਿਹੜੇ ਸਮੇਂ ਕਿਹੜੀ ਚੀਜ਼ ਦੇਣੀ ਹੈ, ਕਿਹੜੇ ਸਮੇਂ ਕੀ ਕਰਨਾ ਹੈ। ਮਾਤਾ ਜੀ ਕਹਿਣ ਲੱਗੇ ਵੱਡੇ ਵਡੇਰਿਆਂ ਨੇ ਸਿੱਖਿਆ ਦਿੱਤੀ ਹੋਈ ਹੈ ਵੀ ਬਾਲਕ ਨੂੰ ਪਾਲਣਾ ਬੜਾ ਔਖਾ ਹੈ, ਬੜਾ ਕਠਿਨ ਹੈ। ਨਰ ਪਰਦੇਸੀ ਕੋ ਦਿਖਰਾਵਨ। ਇਹ ਪਰਦੇਸੀ ਬੰਦਾ ਆਇਆ, ਅਸੀਂ ਪਟਨੇ ਵਿੱਚ ਬੈਠੇ ਹਾਂ, ਇਹ ਪੰਜਾਬ ਤੋਂ ਚੱਲ ਕੇ ਆਇਆ। ਕਿਸੇ ਪਰਦੇਸੀ ਅਣਜਾਣ ਬੰਦੇ ਨੂੰ ਜਿਹੜਾ ਸਾਨੂੰ ਜਾਣਦਾ ਵੀ ਨਹੀਂ ਔਰ ਸਾਡੇ ਧਰਮ ਦਾ ਵੀ ਨਹੀਂ, ਤੇ ਉਹਨੂੰ ਕਿਵੇਂ ਜਾ ਕੇ ਮੈਂ ਆਪਣੇ ਇਸ ਬਾਲ ਨੂੰ ਵਿਖਾਉਣਾ ਕਰਾਂ। ਡੀਠ ਆਦ ਅਵਗੁਣ ਪਛਤਾਵਨ। ਕਿਉਂਕਿ ਹੋ ਸਕਦਾ ਨਜ਼ਰ ਹੀ ਨਾ ਲੱਗ ਜਾਵੇ, ਨਜ਼ਰ ਵੀ ਤੇ ਲੱਗ ਜਾਂਦੀ ਹੈ ਨਾ ਬੱਚੇ ਨੂੰ। ਮਾਤਾ ਕਹਿਣ ਲੱਗੀ ਵੀ ਪਰਾਇਆ ਬੰਦਾ, ਕੀ ਪਤਾ ਕਿੱਥੋਂ ਆਇਆ, ਕਿਹੜੀ ਥਾਂ ਤੋਂ ਆਇਆ, ਕੀ ਲੈਣ ਆਇਆ, ਕਾਹਦੇ ਵਾਸਤੇ ਆਇਆ, ਪਤਾ ਕੋਈ ਨਹੀਂ। ਜਿਵੇਂ ਆਪਣਾ ਪੋਤਰਾ ਇਹਨੂੰ ਵਿਖਾ ਦਿੱਤਾ, ਜੇ ਇਹਦੀ ਨਜ਼ਰ ਲੱਗ ਗਈ ਤੇ ਮੈਂ ਕੀ ਕਰਾਂਗੀ। ਨਜ਼ਰ ਵੀ ਲੱਗ ਸਕਦੀ ਹੈ, ਇਹ ਕੁਝ ਵਾਧਾ ਘਾਟਾ ਵੀ ਕਰ ਸਕਦਾ, ਨੁਕਸਾਨ ਵੀ ਪਹੁੰਚਾ ਸਕਦਾ ਹੈ। ਮੈਂ ਆਪਣੇ ਪੋਤਰੇ ਦੇ ਦਰਸ਼ਨ ਨਹੀਂ ਕਰਾਉਣੇ ਹਨ। ਇਤਿਆਦ ਕੁਰ ਸਮਝੋ ਸਾਰੇ। ਇਸ ਕਰਕੇ ਮਾਤਾ ਜੀ ਕਹਿਣ ਲੱਗੇ ਸਾਡੀ ਗੱਲ ਨੂੰ ਸਾਰੇ ਜਾਣੇ ਸਮਝੋ। ਮਾਮਾ ਕਿਰਪਾਲ ਚੰਦ ਨੂੰ ਪੱਖ ਲੈਣ ਲੱਗ ਪਿਆ ਨਾ ਭੀਖਣ ਸ਼ਾਹ ਦਾ, ਤੇ ਮਾਤਾ ਜੀ ਕਹਿੰਦੇ ਪਏ, ਕਹਿਣ ਲੱਗੇ ਕਿਰਪਾਲ ਚੰਦ ਜੀ ਇਹ ਗੱਲਾਂ ਸਿਆਣਿਆਂ ਦੀਆਂ ਸਮਝੀ ਦੀਆਂ ਹੁੰਦੀਆਂ, ਸਮਝੋ ਚੰਗੀ ਤਰ੍ਹਾਂ, ਇਹ ਕੰਮ ਠੀਕ ਨਹੀਂ ਹੈ। ਸਾਨੂੰ ਇਸ ਵੇਲੇ ਬੱਚੇ ਦੇ ਦਰਸ਼ਨ ਨਹੀਂ ਕਰਵਾਉਣੇ ਚਾਹੀਦੇ ਹਨ। ਤਨੈ ਉਠਾਵੋ ਬਿਨੈ ਉਚਾਰੇ। ਇਸ ਕਰਕੇ ਪੀਰ ਦੇ ਅੱਗੇ ਬੇਨਤੀਆਂ ਕਰੋ, ਤਰਲਾ ਕਰੋ, ਹੱਥ ਜੋੜੋ, ਮਿੰਨਤ ਕਰੋ ਵੀ ਪੀਰ ਦੀ ਸਾਨੂੰ ਮਾਫ ਕਰ ਦਿਓ, ਤੇ ਕਿਰਪਾ ਕਰਕੇ ਦਰਵਾਜ਼ੇ ਤੋਂ ਉੱਠ ਪਵੋ। ਚਾਹ ਪ੍ਰਸ਼ਾਦਾ ਜੋ ਵੀ ਆ ਜਲ ਪਾਣੀ ਛਕੋ। ਅੰਨ ਨਹੀਂ ਛੱਡੀਦਾ, ਪਾਣੀ ਨਹੀਂ ਛੱਡੀਦਾ ਹੁੰਦਾ, ਜੋ ਰੱਬ ਨੇ ਲਿਖਿਆ ਕਰਮਾਂ ਵਿੱਚ ਛਕੀਦਾ ਹੁੰਦਾ। ਬੇਨਤੀ ਕਰਕੇ ਦਰਵਾਜ਼ੇ ਤੋਂ ਪੀਰ ਨੂੰ ਉਠਾਓ, ਪਰ ਬੱਚੇ ਨੂੰ ਬਾਹਰ ਲੈ ਕੇ ਨਾ ਜਾਓ। ਇਸ ਤਰ੍ਹਾਂ ਮਾਤਾ ਨਾਨਕੀ ਜੀ ਆਖਦੇ ਹਨ। ਗੁਰ ਘਰ ਤੇ ਦਿਓ ਰੁਚਰ ਆਹਾਰ। ਗੁਰੂ ਘਰ ਦੇ ਵੱਲੋਂ ਉਹਨੂੰ ਪੁੱਛ ਲਾ ਵੀ ਜੇ ਗੁਰੂ ਦੇ ਲੰਗਰ ਵਿੱਚੋਂ ਨਹੀਂ ਛਕਣਾ ਤੇ ਸਾਡੇ ਕੋਲੋਂ ਸੁੱਕੀ ਰਸਤ ਲੈ ਲਵੇ ਤੇ ਆਪਣੇ ਹੱਥਾਂ ਨਾਲ ਤਿਆਰ ਕਰ ਲਵੇ। ਜੇ ਉਹਨੂੰ ਲੱਗਦਾ ਨਾ ਵੀ ਉਹਦੀ ਮਰਿਆਦਾ ਵੱਖਰੀ ਹੈ, ਜਾਂ ਜੋ ਵੀ ਉਹਨੇ ਖਾਣਾ ਹੈ ਸੁੱਕੀ ਰਸਤ ਦੇ ਦਿਓ। ਰਸਤ ਨਹੀਂ ਲੈਂਦਾ ਤੇ ਮਾਇਆ ਦੇ ਦਿਓ, ਆਪਣੀ ਮਰਜ਼ੀ ਨਾਲ ਬਾਜ਼ਾਰ ਚੋਂ ਖਰੀਦ ਕੇ ਲੈ ਆਵੇ। ਸੋਹਣਾ ਭੋਜਨ ਦਿਓ, ਸੋਹਣੀ ਮਾਇਆ ਦਿਓ, ਸਾਧੂ ਦੀ ਸੇਵਾ ਕਰੋ, ਪਰ ਨਾਲ ਬੇਨਤੀ ਵੀ ਕਰੋ ਵੀ ਅਸੀਂ ਇੰਨੀ ਛੇਤੀ ਦਰਸ਼ਨ ਨਹੀਂ ਕਰਵਾਉਣੇ ਹਨ। ਪ੍ਰਿਤ ਮਿਸ਼ਟਾਨ ਅਨੇਕ ਪ੍ਰਕਾਰ। ਜੇ ਉਹਨੂੰ ਘਿਓ ਚਾਹੀਦਾ ਤੇ ਗੁਰੂ ਘਰ ਦੇ ਵੱਲੋਂ ਪੀਪਾ ਘਿਓ ਦਾ ਦੇ ਦਿਓ। ਜੇ ਉਹਨੂੰ ਮਿੱਠਾ ਚਾਹੀਦਾ, ਗੁੜ ਵਗੈਰਾ ਜੋ ਵੀ ਚਾਹੀਦਾ ਤੇ ਉਸ ਨੂੰ ਦੇਣਾ ਕਰੋ ਜੀ। ਅਪਰਚਾਏ ਕੁਝ ਜਾਚਨ ਕੇਰੀ। ਜੇ ਹੋਰ ਵੀ ਕੁਝ ਮੰਗਦਾ ਹੈ ਨਾ, ਤੇ ਜੋ ਵੀ ਉਹ ਮੰਗੇਗਾ ਬਿਨਾਂ ਪੁੱਛਣ ਤੋਂ ਉਸ ਨੂੰ ਉਸੇ ਵੇਲੇ ਦੇਣਾ ਕਰੋ। ਬਸਤਰ ਦਰਬ ਦੀਜੈ ਬਿਨ ਦੇਰੀ। ਜੇ ਉਹ ਕੱਪੜੇ ਲੈਣੇ ਚਾਹੁੰਦਾ ਤੇ ਜਿਹੋ ਜਿਹੇ ਕੱਪੜੇ ਮੋਟੇ ਪਤਲੇ ਜਿਵੇਂ ਦੇ ਵੀ ਚਾਹੁੰਦਾ, ਮਹਿੰਗੇ ਸਸਤੇ, ਉਸੇ ਵੇਲੇ ਲੈ ਕੇ ਬਾਜ਼ਾਰ ਚੋਂ ਦਿਓ। ਤੇ ਜੇ ਪੀਰ ਨੂੰ ਮਾਇਆ ਚਾਹੀਦੀ ਹੈ ਨਾ, ਜਿੰਨੀ ਮਾਇਆ ਉਹ ਕਹਿੰਦਾ ਗੁਰੂ ਘਰ ਦੇ ਖਜ਼ਾਨੇ ਵਿੱਚ, ਉਨੀ ਮਾਇਆ ਉਹਨੂੰ ਦੇ ਦਿਓ। ਆਪਣੀ ਮਰਜ਼ੀ ਦੇ ਕੱਪੜੇ ਲੈ ਆਵੇ, ਬਸਤਰ ਲੈ ਆਵੇ, ਮਰਜ਼ੀ ਦਾ ਭੋਜਨ ਲੈ ਆਵੇ। ਜਿੰਨੀ ਉਹ ਮਾਇਆ ਮੰਗਦਾ ਮਾਇਆ ਦੇ ਦਿਓ, ਪਰ ਨਾਲ ਬੇਨਤੀ ਕਰਕੇ ਦਰਵਾਜ਼ੇ ਤੋਂ ਉਠਾਉਣਾ ਕਰੋ। ਬਾਲਕ ਵੈਰ ਦਰਸ਼ ਤੇ ਬਿਨਾਂ। ਤੇ ਇਸ ਕਰਕੇ ਉਹਨੂੰ ਸਮਝਾਓ ਵੀ ਬੱਚਾ ਛੋਟਾ ਹੈ, ਤੂੰ ਸਾਧੂਆਂ ਵਾਲੀ ਕੱਲੀ ਗੱਲ ਨਾ ਕਰ, ਤੂੰ ਪਰਿਵਾਰ ਬਾਰੇ ਵੀ ਸੋਚਣਾ। ਹੁਣ ਤੂੰ ਤੇ ਸਾਧੂ ਹੈ, ਪੀਰ ਹੈ, ਨਾ ਤੂੰ ਵਿਆਹ ਕਰਵਾਇਆ, ਨਾ ਤੇਰੇ ਬੱਚੇ, ਨਾ ਤੈਨੂੰ ਪਤਾ ਵੀ ਬੱਚਿਆਂ ਦਾ ਦੁੱਖ ਸੁੱਖ ਕੀ ਹੁੰਦਾ, ਤੇ ਤੂੰ ਜਿੱਦ ਕਰਕੇ ਬੈਠ ਗਿਆ ਵੀ ਮੈਨੂੰ ਦਰਸ਼ਨ ਕਰਵਾ। ਉਹਨੂੰ ਦੱਸੋ ਵੀ ਪਰਿਵਾਰਾਂ ਦੀਆਂ ਮਜਬੂਰੀਆਂ ਕੀ ਹੁੰਦੀਆਂ ਨੇ।
ਕਈ ਕੁਝ ਸੋਚਣਾ ਪੈਂਦਾ, ਇਸ ਕਰਕੇ ਅਸੀਂ ਇੰਨੇ ਛੋਟੇ ਬਾਲਕ ਦੇ ਦਰਸ਼ਨ ਨਹੀਂ ਕਰਵਾਵਾਂਗੇ। ਦੇਹੋ ਤਿਨੋ ਕਰੇ ਆਦਰ ਘਨਾ। ਤੇ ਇਹ ਸਾਰਾ ਕੁਝ ਬੇਨਤੀ ਕਰੋ ਤਰਲੇ ਦੇ ਰੂਪ ਦੇ ਵਿੱਚ, ਤੇ ਸਤਿਕਾਰ ਦੇ ਨਾਲ ਉਹਨੂੰ ਇੱਥੋਂ ਉਠਾਉਣਾ ਕਰੋ। ਬੇਸ ਭਲੇ ਦਰਵੇਸ਼ ਵਿਸ਼ੇਸ਼। ਕਿਉਂਕਿ ਉਹਦਾ ਲਿਬਾਸ ਦਰਵੇਸ਼ਾਂ ਵਾਲਾ ਹੈ ਤੇ ਬੜਾ ਚੰਗਾ, ਤੁਸੀਂ ਦੱਸਦੇ ਪਏ ਵੀ ਬੜੇ ਚੰਗੇ ਗੁਣਾਂ ਵਾਲਾ, ਤੇ ਉਸ ਨੂੰ ਪ੍ਰੇਮ ਦੇ ਨਾਲ ਪ੍ਰੇਰਨਾ ਕਰੋ। ਜਿਉ ਕਿਉ ਕਰੋ ਪ੍ਰਸੰਨ ਅਸ਼ੇਸ਼। ਜਿਵੇਂ ਕਿਵੇਂ ਕਰਕੇ ਉਹਨੂੰ ਖੁਸ਼ ਕਰ ਲਓ, ਪ੍ਰਸੰਨ ਕਰ ਲਓ, ਤੇ ਪ੍ਰਸੰਨ ਕਰਕੇ ਉਹਨੂੰ ਦਰਵਾਜ਼ੇ ਤੋਂ ਉਠਾਉਣਾ ਕਰੋ। ਸੁਨਤ ਨਾਨਕੀ ਤੇ ਸਵੇ ਆਏ। ਜਦੋਂ ਮਾਤਾ ਨਾਨਕੀ ਜੀ ਦੇ ਕੋਲੋਂ ਸੁਣਿਆ ਤੇ ਮਾਮਾ ਕਿਰਪਾਲ ਚੰਦ ਵੀ ਚੁੱਪ ਕਰ ਗਏ ਵੀ ਇਸ ਵੇਲੇ ਵੱਡੇ ਮਾਤਾ ਜੀ ਨੇ ਆਖਿਆ, ਹੁਣ ਜਵਾਬ ਕੌਣ ਦੇਵੇ? ਜਿਹੜੇ ਸਿੱਖ ਸਿਪਾਰਸ਼ੀ ਗਏ ਸਾਨੂੰ ਵੀ ਚੁੱਪ ਕਰ ਗਏ। ਹੁਣ ਅੱਗੋਂ ਜਵਾਬ ਦੇਣਾ ਨਹੀਂ ਨਾ ਬਣਦਾ, ਕਿਉਂਕਿ ਮਾਤਾ ਜੀ ਦੀਆਂ ਗੱਲਾਂ ਸੱਚੀਆਂ ਨੇ ਵੀ ਸਾਡੇ ਤੇ ਪੁੱਤਰ ਨੇ ਆਪਣੇ ਪੁੱਤਰ ਦਾ ਮੂੰਹ ਨਹੀਂ ਵੇਖਿਆ, ਤੇ ਅਸੀਂ ਕਿਸੇ ਗੈਰ ਬੰਦੇ ਨੂੰ ਕਿਉਂ ਵਿਖਾਈਏ? ਠੰਡ ਦੀ ਸਮਾਂ ਹੈ, ਠੰਡ ਦੀ ਰੁੱਤ ਹੈ। ਚੁੱਪ ਕਰਕੇ ਸਾਰਿਆਂ ਨੇ ਉਸ ਵੇਲੇ 7 ਬਚਨ ਕਹਿ ਕੇ ਬਚਨ ਮੰਨਿਆ ਹੈ। ਸ਼ਾਹ ਭੀਖ ਕੋ ਮਿਲ ਸਮਝਾਏ। ਹੁਣ ਸਾਰੇ ਜਾਣੇ ਨਾ ਭੀਖਣ ਸ਼ਾਹ ਦੇ ਕੋਲ ਬੈਠ ਗਏ ਆ ਕੇ। ਮਾਮਾ ਕਿਰਪਾਲ ਚੰਦ ਤੇ ਹੋਰ ਜਿਹੜੇ ਸਿਆਣੇ ਸਿੱਖ ਸਨ ਗੁਰੂ ਘਰ ਦੇ, ਸਮਝਾਉਣ ਲੱਗ ਪਏ। ਕਹਿਣ ਲੱਗੇ, ਪੀਰ ਜੀ ਜਿੱਦ ਨਹੀਂ ਕਰੀਦੀ ਹੁੰਦੀ, ਹਰੇਕ ਥਾਂ ਤੇ ਜਿੱਦ ਨਹੀਂ ਚੱਲਦੀ ਹੈ, ਹਰੇਕ ਥਾਂ ਤੇ ਹੱਠ ਨਹੀਂ ਚੱਲਦਾ। ਕਦੇ ਕਦੇ ਮਜਬੂਰੀ ਸਮਝਣੀ ਚਾਹੀਦੀ ਹੈ, ਦੂਜੇ ਦੀ ਗੱਲ ਮੰਨਣੀ ਚਾਹੀਦੀ ਹੈ। ਸਮਝਾਉਣ ਲੱਗੇ ਹਨ, ਜਨਨੀ ਕੋ ਸੁਤ ਹੋਇਆ ਤ ਪਿਆਰੋ। ਗੱਲ ਇਹ ਹੈ ਪੀਰ ਜੀ, ਤੁਸੀਂ ਪਰਿਵਾਰ ਵਿੱਚੋਂ ਰਹੇ ਹੋ ਬਾਹਰ ਤੇ ਆਪਣੀ ਬੰਦਗੀ ਵਿੱਚ ਸਿਮਰਨ ਵਿੱਚ ਜੁੜੇ ਰਹੇ ਹੋ, ਤੁਹਾਨੂੰ ਪਰਿਵਾਰਾਂ ਬਾਰੇ ਨਹੀਂ ਪਤਾ, ਪਰ ਮਾਂ ਨੂੰ ਪੁੱਤ ਸਭ ਤੋਂ ਪਿਆਰਾ ਹੁੰਦਾ ਤੇ ਮਾਂ ਨੂੰ ਪੁੱਤ ਪਿਆਰਾ। ਇਸ ਕਰਕੇ ਮਾਂ ਆਪਣੇ ਪੁੱਤਰ ਨੂੰ ਬਾਹਰ ਆਉਣ ਤੋਂ ਨਾ ਕਰਦੀ ਪਈ ਹੈ, ਉੱਥੇ ਸਾਡਾ ਕੋਈ ਜ਼ੋਰ ਨਹੀਂ ਹੈ। ਇਸ ਬੇਨਤੀ ਨੂੰ ਤੁਸੀਂ ਸਮਝਣਾ ਕਰੋ। ਹਰ ਬਾਲਕ ਵੈ ਆਪ ਵਿਚਾਰੋ। ਤੇ ਦੂਜੀ ਗੱਲ ਇਹ ਆ ਵੀ ਤੁਸੀਂ ਸਿਆਣੇ ਹੋ, ਉਮਰਾਂ ਦੇਖੀ ਹੈ, ਤੁਹਾਨੂੰ ਵੀ ਇਸ ਗੱਲ ਦਾ ਪਤਾ ਵੀ ਬਾਲਕ ਦੀ ਉਮਰਾਂ ਤੇ ਜੇ ਕੁਝ ਦਿਨਾਂ ਦੀ ਹੈ, ਉਹਨੂੰ ਤੇ ਬਾਹਰ ਚੁੱਕ ਕੇ ਲਿਆਉਣਾ ਵੀ ਸਾਨੂੰ ਔਖਾ ਲੱਗਦਾ ਹੈ। ਇੰਨੀ ਛੋਟੀ ਉਮਰਾਂ, ਕੁਝ ਦਿਨਾਂ ਦਾ ਜੇ ਬੱਚਾ ਹੋਇਆ, ਤੁਸੀਂ ਆਖਦੇ ਹੋ ਵੀ ਪੋਹ ਦੇ ਦਿਨਾਂ ਵਿੱਚ ਉਹਨੂੰ ਘਰੋਂ ਬਾਹਰ ਕੱਢ ਕੇ ਲਿਆਓ ਮੇਰੇ ਵਾਸਤੇ। ਤੁਸੀਂ ਸਿਆਣੇ ਹੋ, ਸਮਝਦਾਰ ਹੋ, ਮਾੜਾ ਮੋਟਾ ਸੋਚੋ ਨਾ ਆਪਣੇ ਦਿਮਾਗ ਦੇ ਵਿੱਚ ਵੀ ਏਡੀ ਵੱਡੀ ਜਿੱਦ ਕਰਕੇ ਬੈਠੇ ਹੋ, ਕੰਮ ਨਾ ਕਰਨਾ ਕਰੋ। ਅਲਪ ਦਿਸ ਭੇ ਜਨਮ ਪਇਓ ਹੈ। ਕਿਉਂਕਿ ਹਾਲੇ ਥੋੜੇ ਦਿਨ ਹੀ ਹੋਏ ਨੇ ਬਾਲਕ ਦੇ ਜਨਮ ਹੋਏ ਨੂੰ, ਕੋਈ 8-10 ਦਿਨਾਂ ਦਾ ਹੀ ਬੱਚਾ ਹੈ, ਤੇ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਅਸੀਂ ਬਾਹਰ ਕੱਢ ਕੇ ਕਿਵੇਂ ਤੁਹਾਡੇ ਕੋਲ ਲੈ ਆਈਏ? ਤੁਸੀਂ ਆਪਣੇ ਮਨ ਵਿੱਚ ਸੋਚਣਾ ਕਰੋ। ਅਜੋ ਵਹਿਰ ਨਿਕਸਨ ਨਾ ਕਿਉ ਹੈ। ਕਿਉਂਕਿ ਅਜੇ ਤੱਕ ਅਸੀਂ ਬਾਹਰ ਨਹੀਂ ਕੱਢਿਆ। ਇੱਕ ਮਰਿਆਦਾ ਚੱਲਦੀ ਹੈ ਨਾ ਪਰਿਵਾਰਾਂ ਵਿੱਚ, ਇੱਕ ਪਰੰਪਰਾ ਹੁੰਦੀ ਹੈ ਬੱਚੇ ਨੂੰ ਬਾਹਰ ਵਧਾਉਣਾ, ਤੇ ਫਿਰ ਉਸ ਤੋਂ ਮਗਰੋਂ ਕਿਤੇ ਲਿਜਾਇਆ ਜਾ ਸਕਦਾ। ਅਸੀਂ ਤੇ ਅਜੇ ਆਪਣੇ ਬਾਲਕ ਨੂੰ ਕਮਰੇ ਵਿੱਚੋਂ ਬਾਹਰ ਨਹੀਂ ਕੱਢਿਆ। ਵਿਹੜੇ ਚੋਂ ਬਾਹਰ ਕੱਢਣਾ ਤੇ ਦੂਰ ਦੀ ਗੱਲ ਹੈ, ਅਸੀਂ ਤੇ ਕਮਰੇ ਵਿੱਚੋਂ ਨਹੀਂ ਬਾਹਰ ਕੱਢਿਆ, ਜਿੱਥੇ ਉਹਦਾ ਜਨਮ ਹੋਇਆ ਉੱਥੇ ਹੀ ਉਸ ਨੂੰ ਰੱਖਿਆ ਹੋਇਆ। ਇੰਨੀ ਛੋਟੀ ਉਮਰ ਦੇ ਬੱਚੇ ਨੂੰ ਇੰਨੀ ਠੰਡ ਵਿੱਚ ਅਸੀਂ ਕੱਢ ਨਹੀਂ ਸਕਦੇ। ਹਾਂ, ਗੁਰ ਘਰ ਤੇ ਭੋਜਨ ਸਭ ਲੀਜੈ। ਇਸ ਕਰਕੇ ਤੁਹਾਨੂੰ ਜੋ ਚਾਹੀਦਾ ਨਾ, ਭੋਜਨ ਸੁੱਕਾ ਚਾਹੀਦਾ ਤੇ ਸੁੱਕਾ ਦਿੰਦੇ ਆ, ਰਸਤ ਦੇ ਦਿੰਦੇ ਆ, ਆਪੇ ਤਿਆਰ ਕਰ ਲਓ। ਜੇ ਬਣਿਆ ਬਣਾਇਆ ਛਕਣਾ ਤੇ ਉਹ ਵੀ ਦਿੰਦੇ ਆ। ਗੁਰੂ ਘਰ ਤੋਂ ਜੋ ਚਾਹੀਦਾ ਲੈਣਾ ਕਰੋ। ਤ੍ਰਿਪਤੋ ਮਨ ਪ੍ਰਸੰਨ ਕੋ ਇਸ ਕੀਜੈ। ਕਰਕੇ ਰੱਜ ਕੇ ਭੋਜਨ ਛਕੋ। ਰੋਟੀ ਨਾਲ ਕਾਹਦਾ ਵੈਰ ਹੈ? ਰੋਟੀ ਨੂੰ ਛੱਡ ਦੇਣਾ ਇਹ ਕੋਈ ਸਿਆਣਪ ਨਹੀਂ ਹੈ। ਮਹਾਰਾਜ ਕਹਿੰਦੇ, ਤਜਿਆ ਅੰਨ ਨਾ ਮਿਲਿਆ ਗੋਪਾਲ। ਕਦੇ ਅੰਨ ਛੱਡ ਕੇ ਰੱਬ ਥੋੜੀ ਮਿਲਿਆ। ਇਸ ਕਰਕੇ ਪੀਰ ਜੀ ਤੁਸੀਂ ਬੜੇ ਸਿਆਣੇ ਹੋ, ਪ੍ਰਸ਼ਾਦੇ ਨਾਲ ਕੋਈ ਵੈਰ ਨਹੀਂ ਹੁੰਦਾ। ਭੋਜਨ ਪ੍ਰਸ਼ਾਦਾ ਰੱਜ ਕੇ ਛਕੋ ਤੇ ਖੁਸ਼ ਹੋਣਾ ਕਰੋ। ਅਸਮੰਜਸ ਲਿਆਵਨ ਘਰ ਬਾਹਰ। ਕਿਉਂਕਿ ਇਹ ਅਸਮੰਜਸ ਤੋਂ ਭਾਵ ਹੁੰਦਾ ਅਣਬਣ ਗੱਲ, ਜਿਹੜੀ ਨਾ ਬਣ ਸਕਦੀ ਹੋਵੇ। ਤੁਸੀਂ ਉਹ ਕੰਮ ਕਹਿੰਦੇ ਪਏ ਹੋ ਜਿਹੜਾ ਹੋ ਹੀ ਨਹੀਂ ਸਕਦਾ। ਬਾਲਕ ਨੂੰ ਜਨਮ ਮਾਤਾ ਨੇ ਦਿੱਤਾ, ਮਾਤਾ ਦਾ ਹੱਕ ਬਣਦਾ। ਮਾਂ ਕਹਿੰਦੀ ਹੈ ਮੈਂ ਪੁੱਤਰ ਨੂੰ ਬਾਹਰ ਜਾਣ ਨਹੀਂ ਦੇਣਾ, ਤੇ ਇਹ ਤੇ ਗੱਲ ਫਿਰ ਬਣ ਨਹੀਂ ਨਾ ਸਕਦੀ। ਤੁਸੀਂ ਸਮਝਣਾ ਕਰੋ। ਤੈਨ ਜਨਨੀ ਨਹਿ ਮਾਨੈ ਜਾਹਰ। ਇਸ ਕਰਕੇ ਇਹ ਗੱਲ ਤੁਹਾਨੂੰ ਅਸੀਂ ਸ਼ਰੇਆਮ ਦੱਸ ਦਿੱਤੀ ਹੈ, ਪ੍ਰਗਟ ਹੀ ਦੱਸ ਦਿੱਤੀ ਹੈ। ਕੋਈ ਲੁਕੋ ਨਹੀਂ ਹੈ, ਕੋਈ ਛੁਪਾ ਨਹੀਂ ਹੈ ਤੁਹਾਡੇ ਕੋਲੋਂ। ਸਿੱਧੀ ਗੱਲ ਇਹ ਹੈ ਚਿੱਟੇ ਸ਼ਬਦਾਂ ਦੇ ਵਿੱਚ ਸਮਝਣ ਵਾਸਤੇ ਵੀ ਬੱਚੇ ਦੀ ਮਾਂ ਨਹੀਂ ਮੰਨਦੀ ਬੱਚੇ ਨੂੰ ਬਾਹਰ ਲੈ ਕੇ ਆਉਣ ਵਾਸਤੇ, ਤੇ ਉਹਦੀ ਆਗਿਆ ਤੋਂ ਬਿਨਾਂ, ਮਾਂ ਦੇ ਹੁਕਮ ਤੋਂ ਬਿਨਾਂ ਬੱਚੇ ਨੂੰ ਬਾਹਰ ਨਹੀਂ ਲਿਆਂਦਾ ਜਾ ਸਕਦਾ। ਗੋਬਿੰਦ ਰਾਏ ਜੀ ਬਾਹਰ ਨਹੀਂ ਆਉਣਗੇ, ਕਿਉਂਕਿ ਉਹਨਾਂ ਦੀ ਮਾਤਾ ਗੁਜਰੀ ਜੀ ਬਾਹਰ ਆਉਣ ਤੋਂ ਮਨਾ ਕਰਦੇ ਪਏ। ਇਹ ਗੱਲ ਨੂੰ ਤੁਸੀਂ ਆਪਣੇ ਮਨ ਵਿੱਚ ਸਮਝਣਾ ਕਰੋ। ਬਹੁਰ ਆਏ ਦਰਸੋ ਦਰਸ਼ਨ। ਹਾਂ, ਇਹ ਗੱਲ ਹੈ ਵੀ ਸਾਨੂੰ 2-3 ਮਹੀਨਿਆਂ ਦਾ ਸਮਾਂ ਦੇ ਦਿਓ, ਜਾਂ ਤੁਸੀਂ ਸਾਡੇ ਕੋਲ ਹੀ ਇੱਥੇ ਰਹੋ। 2-3 ਮਹੀਨੇ ਲੰਘ ਜਾਣਗੇ, ਗੁਰੂ ਤੇਗ ਬਹਾਦਰ ਆ ਜਾਣਗੇ, ਦਰਸ਼ਨ ਕਰ ਲਿਓ, ਜਾਂ ਫਿਰ 2-4 ਮਹੀਨਿਆਂ ਬਾਅਦ ਵਿੱਚ ਆ ਜਾਇਓ, ਫਿਰ ਤੁਹਾਨੂੰ ਦਰਸ਼ਨ ਹੋ ਜਾਣਗੇ। ਮਿਲੋ ਗੁਰਨ ਮਨ ਹੋਏ ਪ੍ਰਸੰਨ। ਤੇ ਗੁਰੂ ਪਾਤਸ਼ਾਹ ਨੂੰ ਮਿਲਿਓ, ਨਾਲੇ ਵੱਡੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨ ਕਰਿਓ, ਨਾਲੇ ਗੋਬਿੰਦ ਰਾਏ ਦੇ ਦਰਸ਼ਨ ਕਰਕੇ ਪ੍ਰਸੰਨ ਹੋਣਾ ਕਰਿਓ। ਕਰੋ ਮੇਰ ਕੀ ਨਦਰ ਵਿਸਾਲਾ। ਇਸ ਕਰਕੇ ਪੀਰ ਜੀ ਸਾਡੇ ਤੇ ਮਿਹਰ ਕਰੋ। ਇੰਨਾ ਕਸ਼ਟ ਸਾਨੂੰ ਵੀ ਨਾ ਦਿਓ, ਇੰਨਾ ਸਾਨੂੰ ਵੀ ਨਾ ਤੁਸੀਂ
ਅੱਗੇ ਲਾ ਕੇ ਖਿੱਚੋ ਵੀ ਜ਼ਰੂਰ ਕਰਨਾ ਹੀ ਕਰਨਾ, ਸਾਡੇ ਤੇ ਮਿਹਰ ਕਰੋ, ਸਾਡੇ ਤੇ ਤਰਸ ਕਰਨਾ ਕਰੋ। शुभ दरवेश आपकी चल, ਕਿਉਂਕਿ ਆਪ ਜੀ ਦਰਵੇਸ਼ ਹੋ ਤੇ ਸਾਧੂਆਂ ਸੰਤਾਂ ਨੂੰ ਇਹੋ ਜੀਆਂ ਹੱਠ ਵਾਲੀਆਂ ਗੱਲਾਂ, ਜਿੱਦ ਵਾਲੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹਨ। परवदगार सिफत में रंगे, ਕਿਉਂਕਿ ਆਪ ਜੀ ਪਰਵਰਦਗਾਰ ਦੀ ਸਿਫਤ ਵਿੱਚ ਰੰਗੇ ਹੋਏ ਹੋ। शित शीश क्षमा धरो सरबंगे। ਤੇ ਜਿਹੜਾ ਸਾਧੂ ਹੁੰਦਾ ਨਾ ਉਹ ਧਰਤੀ ਵਰਗੀ ਛਿਮਾ ਰੱਖਦਾ। ਧਰਤੀ ਦੇ ਉੱਪਰ ਕੋਈ ਟੋਇਆ ਪੱਟ ਦੇਵੇ ਨਾ ਕਈ ਦੇ ਨਾਲ, ਤੇ ਧਰਤੀ ਸ਼ਰਾਫ ਨਹੀਂ ਕਿਸੇ ਨੂੰ ਦਿੰਦੀ। ਧਰਤੀ ਦੇ ਉੱਪਰ ਕੋਈ ਫੁੱਲਾਂ ਦਾ ਬਗੀਚਾ ਲਾ ਦੇਵੇ, ਧਰਤੀ ਖੁਸ਼ ਨਹੀਂ ਕਿਸੇ ਦੇ ਹੁੰਦੀ। ਤੇ ਸਾਧੂ ਦਾ ਸੁਭਾਅ ਧਰਤੀ ਵਰਗਾ ਹੁੰਦਾ। ਤੇ ਤੁਸੀਂ ਵੀ ਧਰਤੀ ਵਰਗਾ ਸੁਭਾਅ, ਮਾਫ ਕਰਨ ਵਾਲਾ। ਸ਼ਰਾਫ ਨਾ ਕੋਈ ਦੇ ਦਿਓ, ਕੋਈ ਮਾੜਾ ਚੰਗਾ ਬਚਨ ਨਾ ਕਹਿ ਦਿਓ, ਮਾਫ ਕਰ ਦਿਓ, ਪਰ ਬਾਲਕ ਦੇ ਦਰਸ਼ਨ ਹੋਣੇ ਨਹੀਂ। ਹੁਣ ਮਾਮਾ ਕਿਰਪਾਲ ਚੰਦ ਜੀ ਹੋਰ ਕੀ ਕੀ ਕਹਿਣਗੇ, ਤੇ ਅੱਗੋਂ ਇਹ ਭੀਖਣ ਸ਼ਾਹ ਪੀਰ ਕੀ ਜਵਾਬ ਦੇਵੇਗਾ, ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲਿਖੈ ਕਤੈ ਨ ਛੁਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ